वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਲੋਕਾਂ ਦੀ ਲੜੀਵਾਰ ਵਿਚਾਰ ਅਸੀਂ ਕਰਦੇ ਆ ਰਹੇ ਹਾਂ। ਪਿਛਲੇ ਹਫਤੇ ਤੱਕ ਅਸੀਂ ਸ਼ਲੋਕ ਨੰਬਰ 36 ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਸ਼ਲੋਕ ਨੰਬਰ 37 ਤੋਂ ਅੱਗੋਂ ਇਸ ਵਿਚਾਰ ਨੂੰ ਕੰਟੀਨਿਊ ਕਰਾਂਗੇ। ਸੋ ਸਭ ਤੋਂ ਪਹਿਲੇ ਸ਼ਲੋਕ ਨੰਬਰ 37 ਦਾ ਪਾਠ ਕਰਦੇ ਹਾਂ ਜੀ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉ, ਛਾੜਤ ਨਾਹਿਨ ਭੀਤ। ਥੋੜੇ ਜਿਹੇ ਅਖਰੀ ਅਰਥ ਪਹਿਲਾਂ ਦੇਖ ਲੈਂਦੇ ਹਾਂ। ਮਾਇਆ ਦਾ ਅਰਥ ਤਾਂ ਸਾਨੂੰ ਸਾਰਿਆਂ ਨੂੰ ਫੈਮਿਲੀਅਰ ਹੀ ਹੈ, ਜੋ ਜਗਤ ਦੇ ਅੰਦਰ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਹੈ, ਜੋ ਸਾਡੇ ਮਨ ਨੂੰ ਭਰਮਾਉਂਦੀ ਹੈ, ਉਸ ਦੇ ਬਾਰੇ ਗੱਲ ਹੋ ਰਹੀ ਹੈ। ਰਮ ਰਹਿਓ, ਰਮ ਲਫ਼ਜ਼ ਰਮਿਆ ਹੋਇਆ, ਜਿਵੇਂ ਰਾਮ ਦੇ ਅਰਥ ਅਸੀਂ ਕਰਦੇ ਹਾਂ ਜੋ ਸਭ ਥਾਈਂ ਰਮਿਆ ਹੋਇਆ ਹੈ, ਸਭ ਜਗ੍ਹਾ ਮੌਜੂਦ ਹੈ, ਸਭ ਦੇ ਵਿੱਚ ਮਿਕਸਡ ਹੈ, ਸਭ ਦੇ ਅੰਦਰ ਮੌਜੂਦ ਹੈ। ਉਹ ਇੱਥੇ ਵੀ ਰਮ ਦਾ ਅਰਥ ਇਹੀ ਹੈ ਕਿ ਸਾਡਾ ਮਨ ਮਾਇਆ ਦੇ ਵਿੱਚ ਰਮਿਆ ਹੋਇਆ ਹੈ, ਮਾਇਆ ਦੇ ਵਿੱਚ ਖਚਤ ਹੈ, ਉਹਦੇ ਵਿੱਚ ਹੀ ਜੁੜਿਆ ਹੋਇਆ ਹੈ। ਨਿਕਸਤ, ਨਿਕਸਤ ਨਿਕਾਸ ਲਫ਼ਜ਼ ਤੋਂ ਬਣਿਆ, ਜਿਹਦਾ ਅਰਥ ਹੁੰਦਾ ਨਿਕਲਣਾ। ਨਾਹਿਨ ਨਹੀਂ, ਮੀਤ ਹੈ ਮੇਰੇ ਮਿੱਤਰ, ਮੂਰਤ ਮੂਰਤੀ, ਤਸਵੀਰ, ਚਿੱਤਰ। ਚਿੱਤਰ, ਚਿੱਤਰ ਦਾ ਅਰਥ ਵੀ ਇਹ ਹੁੰਦਾ ਜਿਵੇਂ ਤਸਵੀਰ ਹੀ ਹੁੰਦਾ ਹੈ, ਤੇ ਭੀਤ ਦਾ ਅਰਥ ਹੁੰਦਾ ਹੈ ਦੀਵਾਰ। तो ਇੱਥੇ ਇੱਕ ਮਿਸਾਲ ਗੁਰੂ ਸਾਹਿਬ ਵਰਤ ਰਹੇ ਹਨ ਕਿ ਜਿਵੇਂ ਕੋਈ ਚਿੱਤਰਕਾਰ ਕਿਸੇ ਦੀਵਾਰ ਦੇ ਉੱਤੇ ਕੋਈ ਤਸਵੀਰ ਬਣਾ ਦੇਵੇ, ਦੀਵਾਰ ਦੇ ਉੱਤੇ ਜਿਹੜੀ ਤਸਵੀਰ ਬਣਾਈ ਜਾਂਦੀ ਹੈ ਉਹ ਇਸ ਤਰੀਕੇ ਦਾ ਉਹਦਾ ਮਟੀਰੀਅਲ ਹੁੰਦਾ ਹੈ ਜਿੱਥੇ ਸੌਖੇ ਕੀਤਿਆਂ ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਕਾਗਜ਼ ਦੇ ਉੱਤੇ ਅਸੀਂ ਜੇ ਪੈਨਸਲ ਦੇ ਨਾਲ ਕੋਈ ਤਸਵੀਰ ਵਾਹ ਦਈਏ ਤਾਂ ਸਾਡੇ ਕੋਲ ਰਬੜ ਹੈ, ਇਰੇਜ਼ਰ ਹੈ, ਜਿਹਦੇ ਨਾਲ ਅਸੀਂ ਉਹਨੂੰ ਮਿਟਾ ਦਿੰਦੇ ਹਾਂ। ਸਿਆਹੀ ਨਾਲ ਵੀ ਬਣਾਈ ਹੋਈ ਤਸਵੀਰ ਹੋਵੇ, ਉਹਦੇ ਵਾਸਤੇ ਵੀ ਐਸੇ ਕੈਮੀਕਲ ਸਾਡੇ ਕੋਲ ਉਪਲਬਧ ਹੁੰਦੇ ਹਨ ਕਿ ਉਹਨਾਂ ਦੀ ਵਰਤੋਂ ਕਰੋ ਤਾਂ ਸਿਆਹੀ ਵਾਲੀ ਤਸਵੀਰ ਵੀ ਕਾਗਜ਼ ਤੋਂ ਮਿਟ ਜਾਂਦੀ ਹੈ। ਦੀਵਾਰ ਦੇ ਉੱਪਰ ਜੋ ਚਿੱਤਰਕਾਰੀ ਕੀਤੀ ਜਾਂਦੀ ਹੈ, ਖਾਸ ਤੌਰ ਤੇ ਜਿਹੜਾ ਅੱਜ ਤੋਂ ਪੁਰਾਣਾ ਸਮਾਂ ਸੀ, ਤਾਂ ਉਹ ਪਰਮਾਨੈਂਟ ਉਹਦੇ ਉੱਤੇ ਪੱਕੀ ਉਕਰ ਜਾਂਦੀ ਸੀ, ਉਹਨੂੰ ਉਤਾਰਨਾ ਬੜਾ ਮੁਸ਼ਕਲ ਹੁੰਦਾ ਸੀ। ਤਾਂ ਇਸ ਲਈ ਜੇ ਕਿਸੇ ਚੀਜ਼ ਦੀ ਗੱਲ ਕਰਨੀ ਹੋਵੇ ਨਾ ਕਿ ਬਈ ਇਹ ਪੱਕੀ ਹੀ ਟਿਕ ਗਈ ਹੈ ਚੀਜ਼, ਕਿਸੇ ਦੇ ਮਨ 'ਚ ਗੱਲ ਵਸ ਗਈ ਹੈ, ਤਾਂ ਉਦੋਂ ਇਹ ਮਿਸਾਲ ਦਿੱਤੀ ਜਾਂਦੀ ਸੀ ਕਿ ਵੀ ਇਹ ਤਾਂ ਜਿਵੇਂ ਕਿਸੇ ਦੀਵਾਰ ਦੇ ਉੱਤੇ ਤਸਵੀਰ ਬਣਾ ਦਿੱਤੀ ਹੈ, ਚਿੱਤਰ ਦੀਵਾਰ ਦੇ ਉੱਪਰ ਚਿੱਤਰ ਬਣਾਇਆ ਗਿਆ ਹੈ, ਜਿਵੇਂ ਇਹ ਕਿਸੇ ਦੇ ਮਨ 'ਚ ਗੱਲ ਬਹਿ ਗਈ। ਤਾਂ ਇਸੇ ਤਰੀਕੇ ਦੇ ਨਾਲ ਇਹ ਜੋ ਮਿਸਾਲ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵਰਤੀ ਹੈ ਕਿ ਆਮ ਦੁਨੀਆਦਾਰ ਇਨਸਾਨ ਦਾ ਮਨ ਮਾਇਆ ਦੇ ਵਿੱਚ ਇਵੇਂ ਖਚਤ ਹੈ ਔਰ ਉਹਦੇ ਵਿੱਚੋਂ ਨਹੀਂ ਨਿਕਲਦਾ, ਜਿਵੇਂ ਕੋਈ ਚਿੱਤਰਕਾਰ ਕਿਸੇ ਦੀਵਾਰ ਦੇ ਉੱਤੇ ਤਸਵੀਰ ਬਣਾਉਂਦਾ ਹੈ ਤੇ ਉਹ ਚਿੱਤਰ ਜਿਹੜਾ ਫਿਰ ਉਹ ਪੱਕਾ ਹੀ ਹੋ ਜਾਂਦਾ ਹੈ, ਉਹ ਕੰਧ ਨੂੰ ਛੱਡਦਾ ਨਹੀਂ ਹੈ। ਸੋ ਇਹ ਦੁਨੀਆਦਾਰ ਇਨਸਾਨ ਦੀ ਜੋ ਆਮ ਜਿਨ੍ਹਾਂ ਨੂੰ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਤੇ ਜੇ ਆਪਣੀ ਖੋਜ ਕਰੀਏ, ਆਪਣੇ ਆਪ ਦੀ ਪਰਖ ਕਰੀਏ, ਤਾਂ ਅਸੀਂ ਵੀ ਇਸੇ ਹੀ ਕੈਟੇਗਰੀ ਦੇ ਵਿੱਚ ਹੀ ਆ ਜਾਂਦੇ ਹਾਂ, ਜਿਨ੍ਹਾਂ ਦਾ ਮਨ ਮਾਇਆ ਦੇ ਸਵਾਦਾਂ ਦੇ ਵਿੱਚ, ਮਾਇਆ ਦੇ ਚਸਕਿਆਂ ਦੇ ਵਿੱਚ ਖਚਤ ਰਹਿੰਦਾ ਹੈ। तो इसीलिए शब्दावली जो गुरु साहब ने वरती है वो रम रहो की इस्तेमाल की है। प्रभु रमिया होया है सारी सृष्टि के अंदर, प्रभु की होंद है हर जीव के अंदर, हर हिरदे के अंदर, वो भी रमिया होया है। पर इंसान का मन रमिया होया है माया के अंदर, क्योंकि मन है कि मन है विचारों का संग्रह,
ਸਾਰੇ ਵਿਚਾਰ ਹੀ ਜਦੋਂ ਮਾਇਆ ਦੇ ਸੁਖ ਸਾਧਨ ਅਰਜਿਤ ਕਰਨ ਵਾਸਤੇ, ਮਾਇਆ ਦੇ ਸਾਧਨ ਹੀ ਪ੍ਰਾਪਤ ਕਰਨ ਵਾਸਤੇ ਸਾਰੇ ਵਿਚਾਰ ਹੀ ਉਹਦੇ ਨਾਲ ਸੰਬੰਧਿਤ ਮਨ ਦੇ ਵਿੱਚ ਉਪਜਦੇ ਰਹਿਣ, ਤਾਂ ਫਿਰ ਇਹ ਕਹਿਣਾ ਉਚਿਤ ਹੀ ਹੋਏਗਾ ਕਿ ਠੀਕ ਹੀ ਹੋਏਗਾ ਕਿ ਵੀ ਮਨ ਮਾਇਆ 'ਚ ਰਮਿਆ ਹੋਇਆ। ਕੋਈ ਕਿਸੇ ਵਿਰਲੇ ਦੀ ਹੀ ਇਹ ਅਵਸਥਾ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਇਸ ਮਾਇਆ ਦੇ ਵਿਚਾਰਾਂ ਤੋਂ ਬਚਾ ਕੇ ਤੇ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਆਪਣੇ ਮਨ ਨੂੰ ਜੋੜ ਲੈਂਦਾ ਹੈ। ਕਿਸੇ ਵਿਰਲੇ ਦੀ ਹੀ ਸੁਰਤ ਜਿਹੜੀ ਹੈ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਦੀ ਹੈ। ਨਹੀਂ ਤਾਂ ਆਮ ਇਨਸਾਨ ਦਾ ਗੁਰੂ ਦੀ ਹਜ਼ੂਰੀ 'ਚ ਬੈਠਾ ਹੋਇਆ, ਸਤਸੰਗਤ ਵਿੱਚ ਬੈਠਾ ਹੋਇਆ ਵੀ ਫਿਜ਼ੀਕਲੀ ਭਾਵੇਂ ਹਾਜ਼ਰ ਹੁੰਦਾ ਹੈ, ਪਰ ਮਨ ਦੇ ਅੰਦਰ ਵਿਚਾਰ ਫਿਰ ਵੀ ਮਾਇਆ ਦੇ ਚਸਕਿਆਂ ਦੇ, ਮਾਇਆ ਦੇ ਸਵਾਦਾਂ ਦੇ ਹੀ ਚੱਲ ਰਹੇ ਹੁੰਦੇ ਹਨ। ਆਪਣੇ ਜ਼ਾਤੀ ਤਜਰਬੇ ਤੋਂ ਮੈਂ ਕਹਿ ਸਕਦਾ ਹਾਂ ਕਿ ਮੇਰਾ ਅੰਦਾਜ਼ਾ ਹੈ ਕਿ ਹੋਰਾਂ ਦਾ ਵੀ ਐਸਾ ਤਜਰਬਾ ਜ਼ਰੂਰ ਕੁਝ ਨਾ ਕਿਸੇ ਸਮੇਂ ਦਾ ਜ਼ਰੂਰ ਐਸਾ ਰਿਹਾ ਹੋਵੇਗਾ ਕਿ ਜਦੋਂ ਅਸੀਂ ਦੇਖਣ ਨੂੰ ਤਾਂ ਪਾਠ ਕਰ ਰਹੇ ਹੁੰਦੇ ਹਾਂ, ਕੀਰਤਨ ਸੁਣ ਰਹੇ ਹੁੰਦੇ ਹਾਂ, ਤੇ ਸ਼ੁਰੂਆਤੀ ਸਮੇਂ 'ਚ ਥੋੜ੍ਹਾ ਜਿਹਾ ਧਿਆਨ ਸਾਡਾ ਪਾਠ ਵਿੱਚ ਜਾਂ ਕੀਰਤਨ ਦੇ ਉਹਨਾਂ ਸ਼ਬਦਾਂ ਦੇ ਵਿੱਚ ਜੁੜਦਾ ਹੈ, ਪਰ ਥੋੜਾ ਹੀ ਚਿਰ ਬੀਤਦਾ ਹੈ ਤੇ ਪਤਾ ਨਹੀਂ ਲੱਗਦਾ ਆਪਣੇ ਆਪ ਨੂੰ ਕਿਹੜੇ ਵੇਲੇ ਮਨ ਦੇ ਵਿੱਚ ਦੂਜੇ ਮਾਇਆ ਦੇ ਸਵਾਦਾਂ ਦੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਕੰਨਾਂ ਵਿੱਚ ਤਾਂ ਆਵਾਜ਼ ਪੈਂਦੀ ਜਾ ਰਹੀ ਹੁੰਦੀ ਹੈ ਗੁਰਬਾਣੀ ਦੀ, ਪਰ ਮਨ ਵਿੱਚ ਵਿਚਾਰ ਕੋਈ ਹੋਰ ਹੀ ਚੱਲ ਰਹੇ ਹੁੰਦੇ ਹਨ। ਤੇ ਫਿਰ ਜਦੋਂ ਪਾਠ ਕਰਦਿਆਂ ਹੋਇਆਂ ਕਿਧਰੇ ਕਿਸੇ ਤੁਕ ਦੇ ਉੱਤੇ ਬੰਦਾ ਅੜਦਾ ਹੈ, ਜਿਵੇਂ ਜਿਹੜੀ ਚੇਤੇ ਵਿੱਚ ਬਾਣੀ ਦੀ ਯਾਦ ਵਸੀ ਹੋਈ ਹੁੰਦੀ ਹੈ, ਉਹਦੇ ਵਿੱਚ ਕੋਈ ਜਰਾ ਮਾਸਾ ਰੁਕਾਵਟ ਆਉਂਦੀ ਹੈ ਤੇ ਸ਼ਾਇਦ ਅਗਲੀ ਪੰਕਤੀ ਆਟੋਮੈਟਿਕਲੀ ਆਪਣੇ ਆਪ ਨਹੀਂ ਚਲਦੀ, ਤੇ ਉੱਥੇ ਇਨਸਾਨ ਨੂੰ ਸੋਚਣ ਵਾਸਤੇ ਮਜਬੂਰ ਹੋਣਾ ਪੈਂਦਾ, ਰੁਕਣਾ ਪੈਂਦਾ ਹੈ। ਤੇ ਫਿਰ ਹੋਸ਼ ਆਉਂਦੀ ਉਹ ਕਿ ਮੈਂ ਸੋਚ ਤਾਂ ਕੁਝ ਹੋਰ ਰਿਹਾ ਸੀ, ਪਾਠ ਦੇ ਵਿੱਚ ਤਾਂ ਮੇਰਾ ਧਿਆਨ ਹੀ ਨਹੀਂ ਸੀ, ਇਹ ਤਾਂ ਐਵੇਂ ਰਵਾ ਰਵੀ ਮੇਰਾ ਬਸ ਅੰਦਰੋਂ ਜਿਵੇਂ ਰੱਟਾ ਲੱਗਾ ਹੋਇਆ ਹੀ ਬੋਲੀ ਜਾ ਰਿਹਾ ਸੀ। ਇਸੇ ਤਰੀਕੇ ਹੀ ਕੀਰਤਨ ਸੁਣਦੇ ਹੋਇਆਂ ਵੀ ਬੜੀ ਵਾਰੀ ਇਨਸਾਨ ਦੇ ਨਾਲ ਐਸਾ ਹੁੰਦਾ ਹੈ ਕਿ ਜਦੋਂ ਸ਼ਬਦ ਸ਼ੁਰੂ ਹੁੰਦਾ ਹੈ, ਅਸਥਾਈ ਦਾ ਗਾਇਨ ਹੋ ਰਿਹਾ ਹੁੰਦਾ ਹੈ, ਤਾਂ ਸਾਡਾ ਧਿਆਨ ਉਹਦੇ ਨਾਲ ਜੁੜਿਆ ਹੁੰਦਾ ਹੈ। ਕਿ ਜਦੋਂ ਬਹੁਤਾਤ ਵਾਰੀ ਐਸਾ ਹੁੰਦਾ ਹੈ ਕਿ ਜਦੋਂ ਬਾਕੀ ਦੇ ਪਦਿਆਂ ਦਾ ਕੀਰਤਨ ਸ਼ੁਰੂ ਹੁੰਦਾ ਹੈ, ਉਹਨਾਂ ਨਾਲ ਦੇ ਨਾਲ ਦਿਮਾਗ ਵਿੱਚ ਹੋਰ ਗੱਲਾਂ ਵੀ ਚਲਦੀਆਂ ਜਾ ਰਹੀਆਂ ਹੁੰਦੀਆਂ ਹਨ, ਤੇ ਫਿਰ ਯਾਦ ਨਹੀਂ ਰਹਿੰਦਾ ਕਿ ਕਿਹੜੀਆਂ ਤੁਕਾਂ ਸੁਣ ਲਈਆਂ ਤੇ ਕਿਹੜੀਆਂ ਨਹੀਂ ਸੁਣੀਆਂ। ਤੇ ਜੇ ਕਿਤੇ ਰਾਗੀ ਸਿੰਘ ਦਾ ਧਿਆਨ ਵੀ ਗਵਾਚਿਆ ਹੋਇਆ ਹੋਵੇ ਤੇ ਉਹ ਵਿੱਚੋਂ ਇੱਕ ਅੱਧਾ ਪੈਰਾ ਛੱਡ ਜਾਏ, ਤੇ ਕਈਆਂ ਨੂੰ ਸੰਗਤ ਵਿੱਚ ਬੈਠਿਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇੱਕ ਪੈਰਾ ਤੇ ਉਹ ਛੱਡ ਹੀ ਗਿਆ, ਗਾਇਆ ਹੀ ਨਹੀਂ ਉਹਨੇ। तो दोनों पासों ही ऐसे काम चल रहे हैं, ਤੇ ਦੋਨਾਂ ਦੀ ਅਵਸਥਾ ਐਸੀ ਹੁੰਦੀ ਹੈ ਕਿ ਮਨ ਮਾਇਆ ਮੈਂ ਰਮ ਰਹੇ। ਸੋ ਇਹ ਕੋਈ ਅਨਹੋਣੀ ਗੱਲ ਨਹੀਂ ਹੈ, ਆਮ ਬੜੀ ਵਰਤੋਂ ਵਿੱਚ ਆਉਣ ਵਾਲੀ ਆਮ ਦੇਖਣ ਵਾਲੀ ਗੱਲ ਹੈ ਕਿ ਇਨਸਾਨ ਦਾ ਮਨ ਮਾਇਆ ਦੇ ਵਿੱਚ ਖਚਤ ਰਹਿੰਦਾ ਹੈ, ਮਨੋਂ ਉਹਦੇ ਵਿੱਚ ਹੀ ਰੁੱਝਿਆ ਰਹਿੰਦਾ ਹੈ। ਦੇਖਣ ਨੂੰ ਭਾਵੇਂ ਹੋਰ ਕੁਝ ਨਜ਼ਰ ਆ ਰਿਹਾ ਹੁੰਦਾ ਹੈ, ਪਰ ਮਨ ਦੇ ਵਿਚਾਰ ਮਾਇਆ ਦੇ ਵਿੱਚ ਹੀ ਖਚਤ ਹੁੰਦੇ ਹਨ, ਪਰ ਉਹਦੇ ਚੋਂ ਸੌਖੇ ਕੀਤਿਆਂ ਨਿਕਲਦੇ ਵੀ ਨਹੀਂ ਹਨ। ਮਾਇਆ ਚੋਂ ਨਿਕਲਣਗੇ ਤਾਂ ਮਨ ਦੀ ਇਕਾਗਰਤਾ ਹੋਏਗੀ, ਫਿਰ ਪਾਠ ਕਰਦਿਆਂ ਬਾਣੀ ਸੁਣਦਿਆਂ ਮਨ ਇਕਾਗਰ ਹੋਏਗਾ। ਗੁਰਦੁਆਰੇ ਦੇ ਵਿੱਚ ਅਸੀਂ ਆਮ ਤੌਰ ਤੇ ਹਰ ਬੁਲਾਰਾ ਜਿਹੜਾ ਵੀ ਆਪਣਾ ਵਿਖਿਆਨ ਸ਼ੁਰੂ ਕਰਦਾ ਹੈ, ਸ਼ਬਦ ਦੀ ਵਿਚਾਰ ਸ਼ੁਰੂ ਕਰਦਾ ਹੈ, ਆਮ ਤੌਰ ਦੇ ਉੱਤੇ ਉਹ ਸਟਾਰਟਿੰਗ ਦੇ ਵਿੱਚ ਜ਼ਰੂਰ ਇਹ ਸ਼ਬਦਾਵਲੀ ਵਰਤਦਾ ਹੈ ਕਿ ਜੀ ਮਨ ਬਿਰਤੀਆਂ ਨੂੰ ਇਕਾਗਰ ਕਰੋ ਤੇ ਜੀ ਫਤਿਹ ਦੀ ਸਾਂਝ ਕਰੋ ਜੀ, ਜਾਂ ਸਤਨਾਮ ਵਾਹਿਗੁਰੂ ਆਖੋ ਜੀ। ਤਾਂ ਇਹ ਇੱਕ ਤਰੀਕੇ ਦੀ ਚੇਤਾਵਨੀ ਦਿੰਦਾ ਹੈ, ਇੱਕ ਵਾਰੀ ਸਾਨੂੰ ਸੁਚੇਤ ਕਰਦਾ ਹੈ ਕਿ ਬਈ ਚਲੋ ਜੇ ਹੁਣ ਤੁਹਾਡਾ ਮਨ ਕਿਧਰੇ ਹੋਰ ਘੁੰਮ ਰਿਹਾ ਹੈ ਤੇ ਉਹਨੂੰ ਮੋੜ ਕੇ ਲੈ ਆਓ, ਤੇ ਜਿਹੜੀ ਗੱਲ ਹੁਣ ਆਪਾਂ ਕਰਨ ਲੱਗੇ ਆ ਉਹਦੇ ਵੱਲ ਧਿਆਨ ਦਿਓ ਤੇ ਮੇਰੀ ਗੱਲ ਧਿਆਨ ਨਾਲ ਸੁਣੋ, ਕਿਉਂਕਿ ਕਿਸੇ ਵੀ ਵਕਤਾ ਦੇ ਵਾਸਤੇ ਇਹ ਬੜਾ ਇੰਪੋਰਟੈਂਟ ਹੁੰਦਾ ਹੈ, ਖਾਸ ਤੌਰ ਤੇ ਜਦੋਂ ਆਮੋ ਸਾਹਮਣੇ ਸੰਗਤ ਨੂੰ ਸੰਬੋਧਨ ਕਰ ਰਿਹਾ ਹੁੰਦਾ ਹੈ, ਤਾਂ ਉਹਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਜੋ ਮੈਂ ਬੋਲ ਰਿਹਾ ਹਾਂ ਮੇਰੀ ਗੱਲ ਨੂੰ ਕੋਈ ਧਿਆਨ ਦੇ ਕੇ ਸੁਣ ਵੀ ਰਿਹਾ ਹੈ। ਪਰ ਬਹੁਤੀ ਵਾਰੀ ਵਕਤੇ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਹੜੇ ਮੇਰੇ ਸਾਹਮਣੇ ਬੈਠੇ ਹੋਏ ਹਨ ਉਹਨਾਂ ਦੀ ਅੱਖਾਂ ਭਾਵੇਂ ਖੁੱਲੀਆਂ ਹਨ ਪਰ ਧਿਆਨ ਉਹਨਾਂ ਦਾ ਕਿਤੇ ਹੋਰ ਹੀ ਹੈ। ਸੋ ਇਹ ਇਨਸਾਨ ਦੀ ਕਮਜ਼ੋਰੀ ਹੈ ਕਿ ਮਨ ਦੇ ਅੰਦਰ ਮਾਇਆ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਜ਼ਬਾਨ ਕੁਝ ਹੋਰ ਬੋਲ ਰਹੀ ਹੁੰਦੀ ਹੈ, ਮਨ ਕੁਝ ਹੋਰ ਸੋਚ ਰਿਹਾ ਹੁੰਦਾ ਹੈ।
ਲੋਕਾਂ ਨੂੰ ਕੁਝ ਹੋਰ ਨਜ਼ਰ ਆ ਰਿਹਾ ਹੁੰਦਾ, ਸਾਡੇ ਫਿਜ਼ੀਕਲ ਐਕਸ਼ਨ ਕੁਝ ਹੋਰ ਹੁੰਦੇ ਹਨ, ਪਰ ਮਨ ਦੇ ਵਿਚਾਰ ਕੁਝ ਉਸ ਤੋਂ ਵੱਖਰੇ ਜਿਹੇ ਹੁੰਦੇ ਹਨ। ਤਾਂ ਮਨ ਦੇ ਵਿੱਚ ਔਰ ਸਾਡੇ ਐਕਸ਼ਨ ਦੇ ਵਿੱਚ ਇਕਸਾਰਤਾ ਨਹੀਂ ਹੁੰਦੀ, ਸਿੰਕਰੋਨਾਈਜੇਸ਼ਨ ਨਹੀਂ ਹੁੰਦੀ। ਬਹੁਤੀ ਵਾਰੀ ਐਸਾ ਹੁੰਦਾ ਹੈ। ਕੁਝ ਸਮੇਂ ਹੁੰਦੇ ਵੀ ਹਨ ਜਦੋਂ ਸਾਡਾ ਮਨ ਇਕਾਗਰ ਵੀ ਹੁੰਦਾ ਹੈ, ਤਾਂ ਉਦੋਂ ਹੀ ਸਾਡੇ ਮਨ ਦੇ ਵਿੱਚ ਜਿਹੜੀ ਸੁਣੀ ਹੋਈ ਗੱਲ ਦਾ ਅਸਰ ਵੀ ਟਿਕਦਾ ਹੈ। ਕੋਈ ਗੱਲ ਸਾਡੇ ਵਿਚਾਰਾਂ ਦਾ ਹਿੱਸਾ ਬਣਦੀ ਵੀ ਉਦੋਂ ਹੀ ਹੈ ਜਦੋਂ ਇਕਾਗਰਤਾ ਦੇ ਨਾਲ ਕੋਈ ਗੱਲ ਸੁਣੀ ਜਾਂਦੀ ਹੈ। ਪਰ ਐਸੇ ਮੌਕੇ ਵਿਰਲੇ ਹੁੰਦੇ ਹਨ, ਪਰਸੈਂਟੇਜ ਵਾਈਜ਼ ਘੱਟ ਹੁੰਦੇ ਹਨ। ਬਹੁਤਾ ਸਮਾਂ, ਬਹੁਤੇ ਮੌਕੇ ਐਸੇ ਹੁੰਦੇ ਹਨ, ਮਨ ਮਾਇਆ ਮੈਂ ਰਮ ਰਹੇ ਹੋ, ਨਿਕਸਿਤ ਨਾਹਿ ਨੀਤ। हे ਮੇਰੇ ਮਿੱਤਰ, ਗੁਰੂ ਤੇਗ ਬਹਾਦਰ ਸਾਹਿਬ ਇਸ ਲਈ ਸਾਨੂੰ ਸੰਬੋਧਨ ਕਰਕੇ, ਸਾਨੂੰ ਮਿੱਤਰ ਕਹਿ ਕੇ ਇਹ ਗੱਲ ਕਹਿ ਰਹੇ ਹਨ, हे ਮੇਰੇ ਮਿੱਤਰ, ਇਹ ਇਨਸਾਨ ਦੀ ਫਿਤਰਤ ਹੈ ਕਿ ਇਨਸਾਨ ਦਾ ਮਨ ਮਾਇਆ ਦੇ ਵਿੱਚ ਖੱਚਤ ਰਹਿੰਦਾ ਹੈ ਔਰ ਇਹਦੇ ਵਿੱਚੋਂ ਨਿਕਲਦਾ ਨਹੀਂ ਹੈ। ਨਿਕਸਤ ਨਹੀਂ ਨਿਕਲਦਾ, ਇਹਦਾ ਨਿਕਾਸ ਨਹੀਂ ਹੁੰਦਾ। ਇਹ ਮਾਇਆ ਦੇ ਵਿੱਚੋਂ ਨਿਕਲਦਾ ਨਹੀਂ ਹੈ। ਇਹ ਮਾਇਆ ਐਸਾ ਚਿੱਕੜ ਹੈ ਜਿਹਦੇ ਵਿੱਚੋਂ ਇਨਸਾਨ ਦਾ ਮਨ ਬਾਹਰ ਨਹੀਂ ਨਿਕਲਦਾ। ਪਰ ਮਿਸਾਲ ਗੁਰੂ ਸਾਹਿਬ ਨੇ ਦਿੱਤੀ ਹੈ ਇੱਕ ਸਮਝਾਉਣ ਵਾਸਤੇ, ਨਾਨਕ, हे ਨਾਨਕ, ਮੂਰਤ ਚਿੱਤਰ ਜਿਉਂ ਛਾੜਤ ਨਾਹਿ ਭੀਤ। ਜਿਵੇਂ ਕਿਸੇ ਦੀਵਾਰ ਦੇ ਉੱਤੇ ਕੋਈ ਤਸਵੀਰ ਉਕਰ ਦਿੱਤੀ ਜਾਵੇ ਜਾਂ ਖੁਦਾਈ ਕਰਕੇ ਉਹ ਇੱਕ ਤਸਵੀਰ ਦੀਵਾਰ ਦੇ ਉੱਤੇ ਬਣਾ ਦਿੱਤੀ ਜਾਵੇ ਤਾਂ ਉਹ ਪਰਮਾਨੈਂਟ ਹੀ ਹੋ ਜਾਂਦੀ ਹੈ। ਫਿਰ ਉਹਦੇ ਉੱਤੇ ਭਾਵੇਂ ਸਫੇਦੀ ਵੀ ਕਰ ਦਿੱਤੀ ਜਾਵੇ ਤਾਂ ਵੀ ਥੱਲਿਓਂ ਉਸ ਤਸਵੀਰ ਦਾ ਜੋ ਇੰਪ੍ਰੈਸ਼ਨ ਹੈ ਉਹ ਨਜ਼ਰ ਆਉਂਦਾ ਹੀ ਰਹਿੰਦਾ ਹੈ। ਬੜੇ ਮੁਸ਼ਕਲ ਦੇ ਨਾਲ ਹੀ ਉਹ ਜਿਹੜੇ ਉਕਰੀ ਹੋਈ ਤਸਵੀਰ ਹੈ, ਦੀਵਾਰ ਦੇ ਉੱਤੇ ਬਣਾਈ ਹੋਈ ਤਸਵੀਰ ਹੈ, ਉਹਨੂੰ ਜੇ ਕਿਤੇ ਕੋਈ ਛੁਪਾਉਣਾ ਚਾਹੁੰਦਾ ਹੋਵੇ ਤਾਂ ਬਹੁਤ ਜ਼ਿਆਦਾ ਯਤਨ ਕਰਨਾ ਪੈਂਦਾ ਹੈ। ਬੜੇ ਜ਼ਿਆਦਾ ਤਰੀਕੇ, ਕਠਿਨ ਤਰੀਕੇ ਇਸਤੇਮਾਲ ਕਰਨੇ ਪੈਂਦੇ ਹਨ ਤਾਂ ਹੀ ਉਹ ਚਿੱਤਰ ਨੂੰ ਛੁਪਾਇਆ ਜਾ ਸਕਦਾ ਹੈ, ਜਾਂ ਦੀਵਾਰ ਨੂੰ ਤੋੜ ਕੇ ਮੁੜ ਕੇ ਨਵੇਂ ਸਿਰੋਂ ਬਣਾਉਣਾ ਪੈਂਦਾ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਨੇ ਇਹ ਮਿਸਾਲ ਇਹ ਲਿੱਤੀ ਹੈ ਕਿ ਮਨ ਦਾ ਕੁਦਰਤੀ ਸੁਭਾਅ ਤਾਂ ਮਾਇਆ ਦੇ ਵਿੱਚ ਹੀ ਖਿੱਚਤ ਰਹਿੰਦਾ ਹੈ। ਔਖਾ ਕੰਮ ਹੁੰਦਾ ਹੈ ਇਸਨੂੰ, ਇਸ ਮਾਇਆ ਦੇ ਵਿੱਚੋਂ ਕੱਢਣਾ। ਸਧਾਰਨ ਹਾਲਾਤਾਂ ਵਿੱਚ ਇਹ ਮਾਇਆ ਦੇ ਵਿਚਾਰਾਂ ਦੇ ਵਿੱਚੋਂ ਇਹ ਬਾਹਰ ਨਿਕਲਦਾ ਨਹੀਂ ਹੈ। ਅਗਲੇ ਸ਼ਲੋਕ ਵਿੱਚ ਇਸੇ ਹੀ ਮਾਇਆ ਦੇ ਵਿੱਚ ਖਚਤ ਪ੍ਰਾਣੀ ਦੀ ਅਵਸਥਾ ਨੂੰ ਕਿਸੇ ਹੋਰ ਢੰਗ ਦੇ ਨਾਲ ਗੁਰੂ ਸਾਹਿਬ ਸਾਡੇ ਸਾਹਮਣੇ ਪੇਸ਼ ਕਰ ਰਹੇ ਹਨ ਕਿ ਨਰ ਚਾਹਤ ਕਛ ਔਰੇ ਕੀ ਔਰੇ ਪਹੀ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਨਰ ਇਨਸਾਨ ਚਾਹਤ ਚਾਹੁੰਦਾ ਹੈ, ਕਛ ਔਰ ਕੁਝ ਹੋਰ, ਹੋਰ ਕੁਝ ਡਿਫਰੈਂਟ। ਔਰੇ ਕੀ ਔਰੇ ਪਈ, ਹੋਰ ਦਾ ਹੋਰ ਹੀ ਹੋ ਗਿਆ। ਇਹ ਇੱਕ ਮੁਹਾਵਰੇ ਵਜੋਂ ਇੱਕ ਫਰੇਜ਼ ਹੈ ਜਿਹੜਾ ਅੱਜ ਕੱਲ੍ਹ ਵੀ ਅਸੀਂ ਆਮ ਆਪਣੇ ਬੋਲਚਾਲ ਵਿੱਚ ਇਸਤੇਮਾਲ ਕਰਦੇ ਹਾਂ। ਖਾਸ ਤੌਰ ਤੇ ਜਦੋਂ ਸਾਡੇ ਨਾਲ ਕੋਈ ਅਨਐਕਸਪੈਕਟਡ ਜਾਂ ਇਵੈਂਟ ਵਾਪਰ ਜਾਂਦਾ ਹੈ, ਜਦੋਂ ਅਸੀਂ ਪਲੈਨਿੰਗ ਕੁਝ ਹੋਰ ਕਰਦੇ ਹਾਂ ਤੇ ਐਕਚੁਅਲ ਕੁਝ ਇਵੈਂਟ ਹੋਰ ਤਰੀਕੇ ਨਾਲ ਹੀ ਸਾਡੇ ਸਾਹਮਣੇ ਵਰਤਦਾ ਹੈ। ਜੋ ਅਸੀਂ ਚਾਹੁੰਦੇ ਹਾਂ ਜਾਂ ਜਿਹਦੇ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ, ਕੁਝ ਉਹੋ ਜਿਹੀ ਘਟਨਾ ਘਟ ਜਾਂਦੀ ਹੈ, ਤਾਂ ਉਦੋਂ ਆਮ ਤੌਰ ਤੇ ਅਸੀਂ ਐਸੀ ਸ਼ਬਦਾਵਲੀ ਵਰਤਦੇ ਹਾਂ ਕਿ ਮੈਂ ਤਾਂ ਇਹ ਸੋਚਿਆ ਸੀਗਾ ਪਰ ਉੱਥੇ ਤਾਂ ਹੋਰ ਦਾ ਹੋਰ ਹੀ ਹੋਇਆ। ਉਹ ਹੋਰ ਦਾ ਹੋਰ ਇੱਕ ਤਰੀਕੇ ਦੇ ਨਾਲ ਇਹ ਇੱਕ ਫਰੇਜ਼ ਆਮ ਅਸੀਂ ਇਸਤੇਮਾਲ ਕਰਦੇ ਹਾਂ ਜਦੋਂ ਟੋਟਲੀ ਅਨਐਕਸਪੈਕਟਡ, ਟੋਟਲੀ ਅਨਐਂਟੀਸਿਪੇਟਡ, ਜਿਹੜੀ ਚੀਜ਼ ਦੇ ਬਾਰੇ ਸਾਡੇ ਮਨ 'ਚ ਖਿਆਲ ਤੱਕ ਨਾ ਹੋਵੇ ਉਹ ਕੁਝ ਹੋ ਜਾਵੇ। ਤਾਂ ਉਸੇ ਤਰੀਕੇ ਦੀ ਗੱਲ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਸਮਝਾ ਰਹੇ ਹਨ ਕਿ ਆਮ ਹਾਲਾਤਾਂ ਦੇ ਵਿੱਚ ਇਨਸਾਨ ਕੁਝ ਹੋਰ ਚਾਹੁੰਦਾ ਹੈ। ਕੁਝ ਹੋਰ ਦਾ ਇੱਥੇ ਭਾਵ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਨੂੰ ਛੱਡ ਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਜੋੜਨ ਦੀ ਜੋ ਉਹਦਾ ਜੀਵਨ ਦਾ ਅਸਲ ਮਕਸਦ ਹੈ, ਉਸ ਨੂੰ ਛੱਡ ਕੇ ਕੁਝ ਹੋਰ ਚਾਹੁੰਦਾ ਹੈ। ਤਾਂ ਉਹ ਹੋਰ ਕੀ ਹੈ? ਉਹ ਹੀ ਹੈ ਜੋ ਪਿਛਲੇ ਸ਼ਲੋਕ 'ਚ ਗੱਲ ਕੀਤੀ ਹੈ ਕਿ ਮਨ ਮਾਇਆ ਮੈਂ ਰਮ ਰਹੇ। ਤਾਂ ਇਨਸਾਨ ਤਾਂ ਉਹ ਦੂਜੀਆਂ ਚੀਜ਼ਾਂ ਚਾਹੁੰਦਾ ਹੈ, ਜਿਵੇਂ ਆਸਾ ਕੀ ਵਾਰ ਦੇ ਵਿੱਚ ਆਉਂਦਾ ਨਾ, ਦੂਈ ਕੁਦਰਤ ਸਾਜੀ ਹੈ। ਤਾਂ ਪਰਮਾਤਮਾ ਨੇ ਜੋ ਦੂਸਰੀ ਮਾਇਆ ਦਾ ਸਰੂਪ ਜੋ ਇਸ ਕੁਦਰਤ ਵਿੱਚ ਬਣਾਇਆ ਹੈ, ਇਨਸਾਨ ਉਸ ਦੂਜੀ ਦੇ ਮਾਇਆ ਦੇ ਵਿੱਚ ਹੀ ਖਚਤ ਰਹਿੰਦਾ ਹੈ ਤੇ ਉਸੇ ਨੂੰ ਹੀ ਚਾਹੁੰਦਾ ਹੈ। ਤਾਂ ਨਰ ਚਾਹਤ ਕਛ ਔਰ, ਇਨਸਾਨ ਆਮ ਹਾਲਾਤਾਂ ਦੇ ਵਿੱਚ ਪ੍ਰਭੂ ਨੂੰ ਛੱਡ ਕੇ ਕੁਝ ਹੋਰ ਚਾਹੁੰਦਾ ਹੈ। ਉਹ ਕੁਝ ਹੋਰ ਮਾਇਆ ਦੇ ਹੀ ਸਾਧਨ, ਮਾਇਆ ਦੇ ਸੁਖ ਆਰਾਮ ਦੇ ਹੀ ਸਾਧਨ ਹਨ, ਉਹਨਾਂ ਨੂੰ ਹੀ ਚਾਹੁੰਦਾ ਹੈ। ਪਰ ਇਸ ਗੱਲ ਨੂੰ ਗੁਰੂ ਸਾਹਿਬ ਸਾਨੂੰ ਬੜੇ ਸਪਸ਼ਟ ਤਰੀਕੇ ਨਾਲ ਸਮਝਾ ਰਹੇ ਹਨ ਕਿ ਹੁੰਦਾ ਤਾਂ ਉਹੀ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ।
ਇਨਸਾਨ ਜੋ ਮਰਜ਼ੀ ਚਾਹੁੰਦਾ ਹੋਵੇ, ਹੁੰਦਾ ਉਹ ਕੁਝ ਹੈ ਜੋ ਪ੍ਰਭੂ ਨੂੰ ਭਾਉਂਦਾ ਹੈ। ਤਾਂ ਉਸੇ ਗੱਲ ਨੂੰ ਗੁਰੂ ਸਾਹਿਬ ਨੇ ਇੱਥੇ ਇਸ ਸ਼ਬਦਾਵਲੀ ਦੇ ਰਾਹੀਂ ਬਿਆਨ ਕੀਤਾ ਹੈ ਕਿ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ। ਉਸ ਹੋਰ ਤੋਂ ਕੁਝ ਹੋਰ ਵੱਖਰਾ ਹੋ ਗਿਆ। ਆਪ ਜੋ ਇਨਸਾਨ ਚਾਹੁੰਦਾ ਹੈ ਉਹ ਨਹੀਂ ਹੋਇਆ, ਉਸ ਤੋਂ ਕੁਝ ਹੋਰ ਵੱਖਰਾ ਹੋ ਗਿਆ, ਹੋਰ ਦਾ ਹੋਰ ਹੋ ਗਿਆ। ਯਾਨੀ ਵੱਖਰੇ ਤੋਂ ਕੁਝ ਵੱਖਰਾ ਹੋ ਗਿਆ। ਜੋ ਵੱਖਰਾ ਅਸੀਂ ਚਾਹ ਰਹੇ ਸੀ ਉਹ ਵੱਖਰਾ ਨਹੀਂ ਹੋਇਆ, ਉਸ ਤੋਂ ਵੀ ਕੁਝ ਵੱਖਰਾ ਹੋਰ ਹੋ ਗਿਆ। ਔਰ ਉਹ ਵੱਖਰਾ ਕੀ ਹੋਇਆ ਉਹਦੇ ਬਾਰੇ ਇਨਸਾਨ ਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ। ਤਾਂ ਆਮ ਹਾਲਾਤਾਂ ਦੇ ਵਿੱਚ ਦੁਨੀਆਦਾਰ ਇਨਸਾਨ ਕੀ ਕਰਦੇ ਹਨ, ਉਸ ਗੱਲ ਨੂੰ ਗੁਰੂ ਸਾਹਿਬ ਨੇ ਅਗਲੀ ਪੰਕਤੀ ਦੇ ਵਿੱਚ ਥੋੜਾ ਜਿਹਾ ਹੋਰ ਖੋਲ ਕੇ ਸਮਝਾਇਆ ਹੈ ਕਿ ਚਿਤਵਤ ਰਹਿਓ ਠਗੌਰ। ਕਿ ਇਨਸਾਨ ਆਮ ਤੌਰ ਤੇ ਆਪਣੇ ਮਨ ਦੇ ਵਿੱਚ ਚਿਤਵਦਾ ਹੈ, ਸੋਚਦਾ ਹੈ, ਵਿਚਾਰ ਬਣਾਉਂਦਾ ਹੈ ਲੋਕਾਂ ਨਾਲ ਠੱਗੀ ਮਾਰਨ ਦੀ। ਠੱਗੀ ਕੀ ਹੁੰਦਾ ਹੈ ਕਿ ਅਸਲੀਅਤ ਕੁਝ ਹੋਰ ਹੋਣੀ ਤੇ ਬਿਆਨ ਕੁਝ ਹੋਰ ਕੀਤਾ ਜਾਣਾ। ਠੱਗਿਆ ਤੇ ਤਾਂ ਹੀ ਜਾ ਸਕਦਾ ਹੈ ਨਾ ਜੇ ਸਾਹਮਣੇ ਵਾਲੇ ਨੂੰ ਭੁਲੇਖੇ 'ਚ ਪਾਇਆ ਜਾਵੇ, ਸੱਚ ਨੂੰ ਪਰਦੇ 'ਚ ਰੱਖ ਕੇ ਕੁਝ ਹੋਰ ਹੀ ਨਜ਼ਾਰਾ ਦਿਖਾਇਆ ਜਾਵੇ। ਤਾਂ ਠੱਗਾਂ ਦਾ ਤੇ ਕੰਮ ਹੀ ਇਹੀ ਹੁੰਦਾ ਹੈ ਕਿ ਉਹ ਅਸਲੀਅਤ ਦੀ ਬਜਾਏ ਕੁਝ ਹੋਰ ਹੀ ਵੱਖਰਾ ਜਿਹਾ ਬਣਾ ਕੇ ਪੇਸ਼ ਕਰਦੇ ਹਨ ਤਾਂ ਕਿ ਇਨਸਾਨ ਨੂੰ, ਸਾਹਮਣੇ ਵਾਲੇ ਨੂੰ ਇਹ ਲੱਗੇ ਕਿ ਵੀ ਇਹ ਤਾਂ ਬੜੀ ਵਧੀਆ ਚੀਜ਼ ਹੈ ਜੋ ਮੇਰੇ ਫਾਇਦੇ ਦੀ ਹੋ ਸਕਦੀ ਹੈ। ਤੇ ਉਹਦੀਆਂ ਗੱਲਾਂ ਵਿੱਚ ਆ ਕੇ ਉਹ ਘਟੀਆ ਚੀਜ਼ ਵੀ ਖਰੀਦ ਲੈਂਦਾ ਹੈ ਤੇ ਉਹਦੀ ਵੈਲਿਊ ਤੋਂ ਵੀ ਕਿਤੇ ਵੱਧ ਕੀਮਤ ਅਦਾ ਕਰ ਦਿੰਦਾ ਹੈ। ਤੇ ਫਿਰ ਮਗਰੋਂ ਜਦੋਂ ਵਰਤਦਾ ਹੈ ਫਿਰ ਉਹਨੂੰ ਹੋਸ਼ ਆਉਂਦੀ ਹੈ ਕਿ ਇਹ ਤਾਂ ਮੇਰੇ ਨਾਲ ਠੱਗੀ ਹੋ ਗਈ, ਮੈਂ ਜੋ ਚਾਹੁੰਦਾ ਸੀ ਉਹ ਤਾਂ ਨਿਕਲਿਆ ਨਹੀਂ, ਕੁਝ ਹੋਰ ਹੀ ਨਿਕਲ ਆਇਆ। ਤਾਂ ਉਹਦੇ ਨਾਲ ਵੀ ਫਿਰ ਇਹੋ ਜਿਹਾ ਹੀ ਕੁਝ ਵਾਪਰਦਾ ਕਿ ਨਰ ਚਾਹਤ ਕੁਛ ਔਰ ਹੈ ਕੀ ਹੋ ਰਿਹਾ ਭਈ, ਕਿ ਮੈਂ ਸੋਚਿਆ ਤੇ ਕੁਝ ਹੋਰ ਸੀ ਪਰ ਮੈਂ ਠੱਗਿਆ ਗਿਆ ਤੇ ਹੋਰ ਦਾ ਕੁਝ ਹੋਰ ਹੀ ਨਿਕਲ ਆਇਆ। ਤਾਂ ਇਨਸਾਨ ਜਿਹੜਾ ਠੱਗ ਰਿਹਾ ਹੈ ਅਸਲ ਵਿੱਚ ਉਹਦੇ ਨਾਲ ਵੀ ਹੋਰ ਦਾ ਹੋਰ ਹੋ ਜਾਂਦਾ ਹੈ। ਉਹ ਕਿਵੇਂ ਹੁੰਦਾ ਹੈ ਕਿ ਉਹ ਸੋਚ ਰਿਹਾ ਹੈ ਕਿ ਮੈਂ ਦੂਜੇ ਸਾਹਮਣੇ ਵਾਲੇ ਨੂੰ ਠੱਗ ਕੇ ਉਹਨੂੰ ਬੇਵਕੂਫ ਬਣਾ ਕੇ ਜ਼ਿਆਦਾ ਪੈਸਾ ਕਮਾ ਰਿਹਾ, ਪਰ ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਦੁਨੀਆ ਕੋਲੋਂ ਛੁਪਾ ਕੇ ਮੈਂ ਠੱਗੀ ਮਾਰ ਸਕਦਾ ਹਾਂ, ਦੁਨੀਆ ਨੂੰ ਬੇਵਕੂਫ ਬਣਾ ਸਕਦਾ ਹਾਂ। ਪਰ ਜੋ ਸਭ ਦਾ ਨਿਆਂ ਕਰਨ ਵਾਲਾ ਪ੍ਰਭੂ, ਜੋ ਸਭ ਦੇ ਘਟ ਦੇ ਅੰਦਰ ਦੀ ਜਾਣਨ ਵਾਲਾ ਹੈ, ਉਹਦੇ ਪਾਸੋਂ ਮੈਂ ਕੁਝ ਨਹੀਂ ਛੁਪਾ ਸਕਦਾ ਤੇ ਮੇਰੇ ਕੀਤੇ ਹੋਏ ਮਾੜੇ ਕਰਮਾਂ ਦੀ ਸਜ਼ਾ ਅਲਟੀਮੇਟਲੀ ਮੈਨੂੰ ਭੁਗਤਣੀ ਹੀ ਪੈਣੀ ਹੈ। ਤੇ ਫਿਰ ਉਹਦਾ ਜੋ ਖਮਿਆਜ਼ਾ ਹੈ ਉਹ ਮੈਨੂੰ ਬੜਾ ਮਹਿੰਗਾ ਪੈਣਾ ਹੈ, ਬੜਾ ਮਹਿੰਗਾ ਉਹਦਾ ਦੰਡ ਮੈਨੂੰ ਭੁਗਤਣਾ ਪੈਣਾ ਹੈ। ਤੇ ਉਸ ਗੱਲ ਨੂੰ ਗੁਰੂ ਸਾਹਿਬ ਨੇ ਇਹਨਾਂ ਲਫ਼ਜ਼ਾਂ 'ਚ ਬਿਆਨ ਕੀਤਾ ਹੈ ਕਿ ਫਾਂਸੀ ਗਲ ਭਰੀ, ਗਲ 'ਚ ਫਾਂਸੀ ਪੈ ਜਾਂਦੀ ਹੈ। ਫਾਂਸੀ ਤੋਂ ਇਹ ਭਾਵ ਜ਼ਰੂਰੀ ਨਹੀਂ ਹੈ ਕਿ ਜਿਹੜੀ ਮੌਤ ਦੀ ਸਜ਼ਾ ਹੀ ਹੈ। ਫਾਹੀ ਆਮ ਤੌਰ ਤੇ ਗਲੇ 'ਚ ਫਾਹੀ ਉਦੋਂ ਵੀ ਪਾਈ ਜਾਂਦੀ ਹੈ ਜਦੋਂ ਕਿਸੇ ਨੂੰ ਫੜ ਕੇ ਤੇ ਘਸੀਟ ਕੇ ਉਹਨੂੰ ਸਜ਼ਾ ਦੇਣ ਵਾਸਤੇ ਵੀ ਅੱਗੇ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਹੈ। ਤਾਂ ਪੁਰਾਣੇ ਜ਼ਮਾਨੇ 'ਚ ਉਦੋਂ ਵੀ ਗਲੇ 'ਚ ਇਸ ਤਰੀਕੇ ਨਾਲ ਰੱਸਾ ਪਾ ਕੇ ਤੇ ਕਈਆਂ ਨੂੰ ਘਸੀਟਿਆ ਜਾਂਦਾ ਸੀ। ਜ਼ਰੂਰੀ ਨਹੀਂ ਸੀ ਹੁੰਦਾ ਕਿ ਉਹ ਗਲੇ 'ਚ ਉਹ ਵਾਲੀ ਫਾਈ ਇੰਨੀ ਟਾਈਟ ਪਾਈ ਜਾਵੇ ਕਿ ਬਈ ਬੰਦਾ ਮਰ ਹੀ ਜਾਏ, ਪਰ ਉਹ ਬੰਦਾ ਦੌੜਨ ਭੱਜਣ ਜੋਗਾ ਨਾ ਰਵੇ, ਕਾਬੂ 'ਚ ਰਵੇ, ਤਾਂ ਉਹ ਗਲੇ 'ਚ ਇਸ ਤਰੀਕੇ ਫਾਈ ਪਾ ਦਿੱਤੀ ਜਾਂਦੀ ਸੀ। ਫਾਂਸੀ ਦਾ ਜੋ ਲਫ਼ਜ਼ੀ ਮਾਨਾ ਹੈ ਉਹ ਇਹੀ ਹੈ, ਇੱਕ ਨੂਜ਼, ਇੱਕ ਗੰਢ ਮਾਰੀ ਹੋਈ ਇਸ ਤਰੀਕੇ ਦੇ ਨਾਲ ਕਿ ਜਿਹਦੇ ਤੋਂ ਬੰਦੇ ਨੂੰ ਆਪਣੇ ਆਪ ਨੂੰ ਛੁਡਾਉਣਾ ਮੁਸ਼ਕਲ ਹੋਵੇ। ਤਾਂ ਇਹ ਸਾਰੇ ਸ਼ਲੋਕ ਦਾ ਜੋ ਭਾਵ ਅਰਥ ਹੈ ਕਿ ਆਮ ਇਨਸਾਨ ਦੁਨੀਆ ਦੇ ਵਿੱਚ ਪ੍ਰਭੂ ਦੀ ਯਾਦ ਨੂੰ ਛੱਡ ਕੇ, ਪ੍ਰਭੂ ਦੀ ਸਿਫਤ ਸਲਾਹ ਨੂੰ ਛੱਡ ਕੇ ਹੋਰ ਚੀਜ਼ਾਂ ਚਾਹੁੰਦਾ ਹੈ। ਪਰ ਜੋ ਉਹ ਚਾਹੁੰਦਾ ਹੈ ਬਹੁਤੀ ਵਾਰੀ ਉਹ ਨਹੀਂ ਹੁੰਦਾ। ਕਦੀ ਕਦਾਈ ਹੋ ਵੀ ਜਾਂਦਾ ਹੈ ਪਰ ਬੜੀ ਵਾਰੀ ਨਹੀਂ ਵੀ ਹੁੰਦਾ। ਜੋ ਚਾਹੁੰਦਾ ਹੈ ਉਸ ਤੋਂ ਕੁਝ ਵੱਖਰਾ ਵਾਪਰ ਜਾਂਦਾ ਹੈ। ਉਹ ਗੱਲ ਹੋ ਗਈ ਵੀ ਔਰ ਹੈ ਕੀ ਔਰ ਹੈ ਭਈ, ਹੋਰ ਦਾ ਕੁਝ ਹੋਰ ਹੀ ਹੋ ਜਾਂਦਾ। ਤੇ ਬਹੁਤੀ ਵਾਰੀ ਇਨਸਾਨ ਮਾਇਆ ਦੇ ਵਿੱਚ ਖਿੱਚਤ ਹੋਇਆ ਆਪਣੇ ਆਲੇ ਦੁਆਲੇ, ਆਪਣੇ ਸਾਹਮਣੇ ਵਾਲੇ ਜਾਂ ਸੰਗੀ ਸਾਥੀਆਂ ਨੂੰ ਜਿਨ੍ਹਾਂ ਦੇ ਨਾਲ ਉਹਦਾ ਵਰਤੋਂ ਵਿਹਾਰ ਹੈ, ਉਹਨਾਂ ਦੇ ਨਾਲ ਧੋਖਾ ਕਰਦਾ ਹੈ, ਝੂਠ ਬੋਲ ਕੇ, ਸੱਚਾਈ ਨੂੰ ਛੁਪਾ ਕੇ ਲੋਕਾਂ ਨੂੰ ਠੱਗਣ ਦਾ ਯਤਨ ਕਰਦਾ ਹੈ। ਤੇ ਐਸੀਆਂ ਸਕੀਮਾਂ ਘੜਦਾ ਰਹਿੰਦਾ ਹੈ ਕਿ ਕਿਵੇਂ ਦੂਜੇ ਲੋਕਾਂ ਨੂੰ ਭੁਲੇਖੇ 'ਚ ਪਾ ਕੇ ਤੇ ਕੀਮਤ ਜ਼ਿਆਦਾ ਵਸੂਲ ਕੀਤੀ ਜਾਵੇ। ਜੋ ਸਮਾਨ ਮੈਂ ਦੇ ਰਿਹਾ ਹਾਂ ਉਹਦੇ ਬਦਲੇ ਜਾਂ ਜੋ ਸਰਵਿਸ ਮੈਂ ਦੇ ਰਿਹਾ ਹਾਂ ਉਹਦੇ ਬਦਲੇ ਕੰਪਨਸੇਸ਼ਨ ਜ਼ਿਆਦਾ ਮਿਲ ਜਾਵੇ। ਜੋ ਅਸਲੀਅਤ ਵਿੱਚ ਵੈਲਿਊ ਹੈ ਉਹਦੇ ਨਾਲੋਂ ਜ਼ਿਆਦਾ
ਧਨ ਮਿਲ ਜਾਵੇ। तो ये ठगी मारन वाला हर इंसान इस तरीके की चितवना करता है, विचार करता है। चितवत रहो ठगौर, मन दे विच ठगी दियां गल्लां नूं सोचदा है, उन्हां दे बारे विचार बनाता है, पर इस गल नूं भुल जाता है कि कोई ऐसा है जो ये सारे अंदर दी विचारां नूं भी जानन वाला है, जो घट घट के अंतर की जानत वाला है, जिसदे कोलों अंदर दा कुछ भी नहीं छुपिया होया, जो अंतर दी जानन वाला अंतरजामी है। तो सब दे कीते होए दा उन्हां नूं फल उन्हां दे मुताबक कीते होए कम्मां दे मुताबक उन्हां नूं पहुंचांदा है। तो ठगी मारन वाले दे गल च भी फाही पै जांदी है, उन्होंने अपने कीते दी सज़ा मिल जाती है। उन्हें कभी ये चितविया भी नहीं हुंदा कि मेरी कीती हुई ठगी का किसी को पता लगेगा, पर कीते दी सज़ा जो भुगतनी पैंदी है तो फिर उन्होंने भी ये एहसास हुंदा है कि यह तो कुछ होर दा होर ही हो गया, और है की और है भाई। अगले श्लोक के अंदर फिर दुनियादार इंसान जो माया दे विच रमिया होया है, जिहदा मन उहदी अवस्था नूं कुछ होर नवें ढंग दे नाल गुरु साहब समझा रहे हैं कि जतन बहुत सुख के किए, दुख को कियो ना कोई। बड़े सारे जतन कीते सुख दे वास्ते, दुख दे वास्ते कोई कियो ना कोई, एक भी नहीं कीता, कोई ना कीता। तो बहुते जतन इंसान सुख वास्ते ही करता है, दुख वास्ते कोई जतन क्यों करता है? जतन तो करता है दुख आवे ही ना। तो इंसान असल विच तां जिन्ना उहदा वस हुंदा है, वो हमेशा ही ये जतन करता है कि मैनू सुख दे साधन मिलन, मेरी जिंदगी में सुख आवे, मैनू धन पदार्थ मिले, होर माया दे साधन मिल जान जिन्हां दे नाल मेरे जीवन में सुख मिले। तो सारे साधन सारे जतन उहदे हुंदे हन कि मैं सुख वास्ते, अपने सुख वास्ते ही करता है। कदी कदाई कोई विरला इंसान हुंदा है, या बहुत कोई हर इंसान कदी ना कदी बहुत थोड़े समय वास्ते कदी कदाई अपने तो छुट किसी दूजे के भले वास्ते भी कोई काम कर लेंदा है, पर वो काम बहुत घट बहुत विरला हुंदा है। ते वो भी इस तरीके दे नाल करना चाहता है कि उहदे नाल मैनू आप नूं तकलीफ ना हो, तां ही मैं दूजे का भला करा। जे मैनू आप नूं दुख ना मिले, अपने आप नूं दुख दे के दूजे नूं सुख पहुंचाना, ये तो बिल्कुल भी इतनी ही अनहोनी जी गल या इतनी विरली गल है, जिवें कह सकते हो कि बई कोई रेत का किनका। बहुत ही किसी विरला कोई ऐसा इंसान दुनिया हुंदा होएगा जिहड़ा अपने आप दे उत्ते दुख सहार के ते दूजियां नूं सुख दे पहुंचाने का यतन करता होवे। तो जो इत्थे बयान किया जा रहा है वो एक्सैप्शनल नहीं, वो बल्कि आम इंसान की गल की जा रही है, जिहदी ये अवस्था है कि जतन बहुत सुख के किए, दुख को कियो ना कोई। तो ਉਹਦੇ वास्ते तो ये गल पक्की ही लागू होंदी है कि दुख वास्ते वो कभी यतन नहीं करता, वो ऐसा काम करने का कभी सोचता भी नहीं है जिहदे नाल उहनूं कभी ये अंदाजा भी होवे कि ऐसा काम करने दे नाल मैनूं दुख मिल सकता है। पर गुरु साहब जो गल समझा रहे हैं सिद्धांत दी कि अपने मन नूं संबोधन करके कहो नानक सुन रे मना हर भावै सो होए। हुंदा वही कुछ है जो हरि नूं भाउंदा है। नर जो कुछ होर चाहता होए फिर भी और है कि और हो जाती है। वो ठगियां मारन की गल करता होवे सब तो छुपा के, पर वो कीते दा उहनूं जो चितविया भी नहीं हुंदा, उहदा रिजल्ट उहदा दंड उहनूं भुगतना पै जाता है, गल च फाही पै जाती है। वो जतन सुख दे करता रहता है, दुख दे वास्ते कोई जतन नहीं करता, पर जीवन दे विच सुख ते दुख आंदे ही रहते हैं। ये प्रभु की रजा दे विच है। हर इंसान की जिंदगी में सुख वाले समय भी आते हैं, दुख वाले समय भी आते हैं। वो वखरी गल है कि जेड़े जिन्हां दी सुरत प्रभु की सिफत सलाह नाल जुड़ जाती है, जो प्रभु की रजा में राजी रहन की जाच सीख लेंदे हैं, वो दुख वाले समय विच भी अपने मन नूं दुखी नहीं होण दिंदे। वो प्रभु के भाणे नूं मिठा करके मन लेंदे हैं, ते फिर वो दुख दे विच भी वो सुखी जीवन वर्गा एहसास लैके ही चलते हैं।
तो उन्होंने वास्ते कहा जा सकता है दुख ना ही सब सुख ही है। पर आम इंसान का जिहड़ा सिर्फ सुखों के मगर ही भजदा है, सुख के साधन इकट्ठे करने के यतन करता रहता है, जिहड़ा दुख तो हमेशा बच के रहना चाहता है, तो उदों उसके जीवन के विच जदों हर भावै सो होए हो जाता है, जिहदे विच सुख भी आते हैं तो दुख भी आते हैं, तो फिर वो बहुत कल्पदा है, बहुत ज़्यादा तड़पदा है, बहुत दुखी होता है। सुख दे विच तो शुकराना भी करना भुल जाता है, पर दुख दे विच फिर रौला पाउण तो नहीं रखता, फिर वो रब नूं भी कोसदा है कि मैं तेरा की नुकसान किया जो मेरे नाल ये होया, मैं कोई रब दे मां पुट्टे सी जो मेरे नाल ये वापर गया। तो ऐसियां गल्लां भी बंदियां कोलों सुनन नूं मिल जांदियां हन। तो ये आम दुनियादार इंसान की अवस्था है कि जतन बहुत सुख के किए दुख को कियो ना कोए। पर गुरु साहब समझाने वास्ते ये गल दृढ़ करवा रहे हैं, जो सिद्धांत की गल है कि हे मेरे मन ये गल ध्यान नाल सुन लै, कौ नानक सुन रहे मना हर भावै सो होए। जो हरि नूं पाउंदा है हुंदा वही कुछ ही है। तू जतन करी जा, तेरा काम है जतन करना, पर होएगा वही कुछ जो प्रभु नूं पाउंदा है। नर चाहत कछ और की और है भई, ते जतन बहुत सुख के किए दुख को कियो न कोए। कौ नानक सुन रहे मना हर भावै सो होए। ये इसे इको ही भाव नूं एक्सप्रैस कर रहे हैं, गल नूं समझा रहे हैं कि मन दे विच विचार जो मर्जी कोई इंसान बना लवे, यतन जो मर्जी कर लवे, पर होना वही कुछ हुंदा है जो हरि नूं पाउंदा है, जो ओदी रज़ा विच लिखिया हुंदा। अगला श्लोक नंबर जो 40 है, उहदे विच हुण गुरु साहब थोड़ा जिस तो थोड़ा जिहा फर्क सब्जैक्ट लै रहे हैं, पर उहदे विच भी प्रभु की रज़ा की गल उहदे विच भी आ रही है कि जगत भिखारी फिरत है, सबको दाता राम। कौ नानक मन सिमर ते पूरन होवे काम। एक सच्चाई है कि सारा जगत भिखारियां की तरह फिर रहा है। जगत भिखारी फिरत है, भाव की है जगत का हर बशिंदा, हर इंसान भिखारी वाकन ही जिंदगी बतीत करता है, क्योंकि वो सारी जिंदगी कुछ ना कुछ मंगता ही रहता है। कभी ऐसा इंसान कोई जिंदगी में किसी को कोई विरला ही मिलया होएगा जिन्होंने सही मैंने में रज्या होया इंसान कहा जा सकता, जिसकी कोई जरूरत ना हो, जिसकी कोई मांग ना हो। नहीं तो कोई भी इंसान जिन्ना मर्जी अमीर तो अमीर होवे, जिहदे कोल दुनिया के सारे सुख आराम के साधन होण, ਉਹਦੇ मन च भी कोई ना कोई चाहत जरूर रहिंदी है, अच्छा यह तो मैनूं चाहीदा है जे इस चीज़ की मेरे को कमी है। जिहदे मन च कोई कमी ना होवे, कोई एहसास ना कमी का होवे, जिहदी मन च कोई मंग ना होवे, ऐसा इंसान लभना बहुत ही मुश्किल की गल है। कह सकते हैं कि नेक्स्ट टू इम्पॉसिबल। पर इम्पॉसिबल तो नहीं है, पर नेक्स्ट टू इम्पॉसिबल, बहुत ही विरला, बहुत ही घट चांस है। तो ये सच्चाई है जो गुरु तेग बहादुर पातशाह बयान कर रहे हैं कि जगत भिखारी फिरत है। तो जेड़ा भी इंसान कोई मंग रखता है अपने मन के विच, जिहदे जीवन में भी किसी चीज़ की कमी का एहसास है, तो वो मन के कोई मंग है, वो मंग रहा है, तो मंगन वाला फिर मंगता ही है। ठीक है, आम असी बोलचाल के मंगता उन्होंने कहते हैं जिहड़ा इंसानों कोलों मंगता है, पर जिहड़ा रब कोलों भी मंग रहा है, मंगता रहा ही है ना, है तो वह भी मंगता ही है। तो इसलिए इस गल च कोई अतकथनी नहीं है कि जगत भिखारी फिरता है। सारा जगत, जगत का हर बशिंदा भिखारी ही है, मंगा मंगदा ही रहता है। कि दाता देन वाला काम राम का है, उस सर्व व्यापक प्रभु का है जो सब नूं दाता दे रहा है। और वो ऐसा कमाल का दाता है कि जेड़े कोई विरले विरले नहीं भी मंगते उन्होंने भी देता है, जेड़े उन्होंने नहीं मनते, जेड़े उहदी होण तो ही मुनकर हैं, उन्होंने भी देता है। सब नूं दाता दे रहा है, सबको दाता राम। तो इसलिए गुरु तेग बहादुर पातशाह इस गल की प्रेरणा करते हैं, सानू सिक्ख्या दे रहे हैं कि कौ नानक मन सिमर ते, उसे नूं ही सिमर, उसे नूं ही चेते विच रख, उसे नूं हमेशा याद रख, पूर्ण होवे काम। कि जे तू चाहता है कि जो तेरे मन की मंग है वो पूरी हो जाए, तो इस गल का तो ध्यान रख ना, इस गल नूं चेते रख कि सबको दाता राम, दाता देने वाला राम है। पर इस सब कुछ दे होंदियां होइयां भी इस सच्चाई दे
ਤੋਂ ਵਾਕਿਫ ਹੁੰਦਿਆਂ ਹੋਇਆਂ ਵੀ ਐਸੇ ਐਸੇ ਵੀ ਇਨਸਾਨ ਜਿਹੜੇ ਆਪਣੇ ਆਪ ਨੂੰ ਆਸਤਕ ਦਿੰਦੇ ਹਨ, ਜਿਹੜੇ ਇਹ ਕਹਿੰਦੇ ਹਨ ਕਿ ਅਸੀਂ ਤਾਂ ਰੱਬ ਦੇ ਉੱਤੇ ਬੜਾ ਭਰੋਸਾ ਕਰਦੇ ਹਾਂ, ਅਸੀਂ ਤਾਂ ਰੱਬ ਨੂੰ ਹੀ ਮੰਨਦੇ ਹਾਂ, ਉਹ ਵੀ ਦੁਨੀਆਦਾਰਾਂ ਕੋਲੋਂ, ਦੂਜੇ ਲੋਕਾਂ ਕੋਲੋਂ ਮੰਗਾਂ ਮੰਗਦੇ ਹੋਏ, ਚਾਪਲੂਸੀ ਕਰਦੇ ਹੋਏ, ਖੁਸ਼ਾਮਦਾਂ ਕਰਦੇ ਹੋਏ ਨਜ਼ਰ ਆ ਜਾਂਦੇ ਹਨ। ਤਾਂ ਗੁਰੂ ਸਾਹਿਬ ਇੱਥੇ ਇਹ ਪ੍ਰੇਰਨਾ ਕਰ ਰਹੇ ਹਨ ਕਿ ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇਂ ਕੰਮ। ਜੇ ਤੂੰ ਚਾਹੁੰਦਾ ਹੈ ਕਿ ਤੇਰੇ ਕੰਮ ਪੂਰੇ ਹੋ ਜਾਣ, ਜੋ ਤੇਰੇ ਮਨ ਦੀਆਂ ਮੁਰਾਦਾਂ ਹਨ, ਜੋ ਤੇਰੇ ਮਨ ਦੀਆਂ ਮੰਗਾਂ ਹਨ, ਉਹ ਪੂਰੀਆਂ ਹੋ ਜਾਣ, ਤਾਂ ਉਸ ਨੂੰ ਚੇਤੇ ਕਰ। ਤੇ ਲਫ਼ਜ਼ ਇੱਥੇ ਪ੍ਰਭੂ ਵਾਸਤੇ, ਅਕਾਲ ਪੁਰਖ ਵਾਸਤੇ ਆਇਆ ਹੈ। ਉਸੇ ਨੂੰ ਹੀ ਸਿਮਰ ਜੋ ਸਭ ਕੋ ਦਾਤਾ ਹੈ, ਰਾਮ ਹੈ ਜੋ ਰਮਿਆ ਹੋਇਆ ਹੈ, ਸਭ ਥਾਈਂ ਮੌਜੂਦ ਹੈ, ਸਭ ਨੂੰ ਦਾਤਾ ਦੇਣ ਵਾਲਾ ਹੈ। ਤਾਂ ਐਸੇ ਹੀ ਦਾਤੇ ਨੂੰ ਹਮੇਸ਼ਾ ਚੇਤੇ ਵਿੱਚ ਰੱਖ ਔਰ ਉਹਦੇ ਪਾਸੋਂ ਹੀ ਮੰਗ ਕਰ। ਜੇ ਮੰਗਣਾ ਹੈ ਤਾਂ ਫਿਰ ਉਹਦੇ ਕੋਲੋਂ ਹੀ ਮੰਗ। ਜਾਂ ਤੇ ਮਨ 'ਚ ਭਰੋਸਾ ਕਰਕੇ ਰੱਖ ਕਿ ਉਹ ਦਾਤਾ ਸਭ ਦੇ ਅੰਦਰ ਦੀ ਜਾਣਦਾ ਹੈ, ਸਭ ਨੂੰ ਦੇਣ ਵਾਲਾ ਹੈ, ਤੇ ਮੇਰੀਆਂ ਵੀ ਜ਼ਰੂਰਤਾਂ ਨੂੰ ਜ਼ਰੂਰ ਪੂਰਾ ਕਰੇਗਾ। ਤਾਂ ਮਨ ਦੇ ਅੰਦਰ ਫੁਰਨੇ ਹੀ ਪੈਦਾ ਨਾ ਹੋਣ ਕਿ ਮੈਨੂੰ ਕੁਝ ਚਾਹੀਦਾ ਹੈ, ਮੈਨੂੰ ਇਹ ਕਮੀ ਹੈ, ਮੇਰੇ ਕੋਲ ਉਹ ਨਹੀਂ ਹੈ, ਮੈਨੂੰ ਉਹ ਚਾਹੀਦਾ ਹੈ। ਇਹ ਭਰੋਸਾ ਹੀ ਕਰਕੇ ਚੱਲੇ ਕਿ ਜੋ ਮੇਰੇ ਵਾਸਤੇ ਜ਼ਰੂਰੀ ਹੈ, ਜੋ ਮੇਰੇ ਵਾਸਤੇ ਚੰਗਾ ਹੈ, ਉਹ ਰਾਮ ਮੈਨੂੰ ਦੇਗਾ ਹੀ ਦੇਗਾ। ਉਹ ਸਭ ਕੋ ਦਾਤਾ ਹੈ, ਮੇਰੇ ਵਾਸਤੇ ਵੀ ਉਹ ਦਾਤਾ ਹੈ, ਮੇਰਾ ਵੀ ਉਹ ਖਿਆਲ ਕਰੇਗਾ ਹੀ ਕਰੇਗਾ। ਫਿਰ ਤਾਂ ਮਨ ਦੀਆਂ ਮੰਗਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ ਹਨ। ਪਰ ਜੇ ਮਨ 'ਚ ਕੋਈ ਮੰਗ ਪੈਦਾ ਹੁੰਦੀ ਵੀ ਹੈ ਤਾਂ ਫਿਰ ਉਹਦੇ ਪਾਸੋਂ ਹੀ ਮੰਗਣਾ ਜੋ ਸਭ ਨੂੰ ਦਾਤਾ ਦੇਣ ਵਾਲਾ ਹੈ। ਫਿਰ ਆਲੇ ਦੁਆਲੇ ਕਿਉਂ ਮੰਗਾਂ ਮੰਗਦਾ ਫਿਰਦਾ? ਪਰ ਮਨ ਦਾ ਸੁਭਾਅ ਹੈ, ਉਹਨੂੰ ਕਈ ਵਾਰੀ ਇਹੀ ਲੱਗਦਾ ਹੈ ਕਿ ਵੀ ਸ਼ਾਇਦ ਇਹ ਕੰਮ ਛੇਤੀ ਹੋ ਜਾਏਗਾ, ਇਸ ਤਰੀਕੇ ਨਾਲ ਹੋ ਜਾਏਗਾ। ਰੱਬ ਦੇ ਉੱਤੇ ਭਰੋਸਾ ਕਈ ਵਾਰੀ ਬੰਦਿਆਂ ਦਾ ਉੱਠ ਵੀ ਜਾਂਦਾ ਹੈ, ਮਨ 'ਚ ਦ੍ਰਿੜਤਾ ਨਹੀਂ ਹੁੰਦੀ, ਮਨ 'ਚ ਸ਼ੰਕਾ ਪੈਦਾ ਹੋ ਜਾਂਦਾ ਹੈ, ਤਾਂ ਫਿਰ ਉਹ ਇਸ ਤਰੀਕੇ ਦੇ ਹਾਲਾਤ ਵਿੱਚ ਮਨ ਡੋਲ ਵੀ ਜਾਂਦਾ ਹੈ। ਪਰ ਗੁਰੂ ਸਾਹਿਬ ਇਹੀ ਪ੍ਰੇਰਨਾ ਕਰ ਰਹੇ ਹਨ ਕਿ ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਜੇ ਉਸ ਪ੍ਰਭੂ ਨੂੰ ਹਮੇਸ਼ਾ ਆਪਣੀ ਯਾਦ ਵਿੱਚ ਰੱਖੇਗਾ ਤਾਂ ਨਿਸ਼ਚੈ ਕਰ ਕਿ ਤੇਰੇ ਕੰਮ ਪੂਰੇ ਹੋਣਗੇ, ਤੇਰੀਆਂ ਮਨ ਦੀਆਂ ਮੰਗਾਂ ਵੀ ਪੂਰੀਆਂ ਹੋ ਜਾਣਗੀਆਂ। ਅੱਗੇ ਹੈ ਜੀ ਸ਼ਲੋਕ ਨੰਬਰ 41। ਝੂਠੈ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ, ਇਨਮੇ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਹੁਣ ਇੱਕ ਹੋਰ ਸੱਚਾਈ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ, ਜਿਹਨੂੰ ਆਮ ਤੌਰ ਦੇ ਉੱਤੇ ਦੁਨੀਆਦਾਰ ਇਨਸਾਨ ਨੂੰ ਮੰਨਣਾ ਬੜਾ ਔਖਾ ਜਿਹਾ ਲੱਗਦਾ ਹੈ ਕਿ ਇਹ ਜਗਤ ਜੋ ਹੈ ਉਹ ਸੁਪਨੇ ਦੀ ਨਹੀਂ ਹੈ। ਆਮ ਇਨਸਾਨ ਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਦੇਖ ਰਿਹਾ ਹਾਂ ਇਹ ਸਭ ਸੱਚ ਹੈ, ਮੈਂ ਹਾਂ, ਮੈਂ ਜਿਉਂਦਾ ਹਾਂ, ਮੇਰਾ ਘਰ ਪਰਿਵਾਰ ਹੈ, ਮੇਰੇ ਸੱਜਣ ਮਿੱਤਰ ਹਨ, ਮੈਂ ਕੰਮਕਾਰ ਕਰਦਾ ਹਾਂ, ਮੈਂ ਧਨ ਕਮਾਉਂਦਾ ਹਾਂ, ਮੈਂ ਲੋਕਾਂ ਦੇ ਵਾਸਤੇ ਵੀ ਕੰਮ ਕਰਦਾ ਹਾਂ। तो बंदा समझता है सब कुछ सच ही है, मैं ही कर रहा हूँ। और गुरु साहब इसकी असलीयत ਨੂੰ ਬਿਆਨ ਕਰ ਰਹੇ ਹਨ ਕਿ ਜਿਵੇਂ ਸੁਪਨਾ ਦੇਖਦਾ ਹੋਇਆ ਇਨਸਾਨ ਜੋ ਕੁਝ ਸੁਪਨੇ 'ਚ ਵਾਪਰ ਰਿਹਾ ਹੁੰਦਾ ਹੈ, ਉਹਨੂੰ ਉਹ ਸੁਪਨੇ 'ਚ ਵੀ ਸਭ ਕੁਝ ਸੱਚ ਹੀ ਨਜ਼ਰ ਆਉਂਦਾ ਹੈ। ਉਸ ਵੇਲੇ ਉਹਨੂੰ ਜ਼ਰਾ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਮੈਂ ਸੁਪਨਾ ਦੇਖ ਰਿਹਾ ਹਾਂ। ਉਸ ਵੇਲੇ ਜੋ ਘਟਨਾਵਾਂ ਘਟ ਰਹੀਆਂ ਹੁੰਦੀਆਂ ਹਨ ਉਹਨਾਂ ਦੇ ਮੁਤਾਬਕ ਉਹ ਰਿਐਕਟ ਵੀ ਕਰਦਾ ਹੈ। ਔਰ ਕਈ ਵਾਰੀ ਐਸੇ ਹਾਲਾਤ ਵੀ ਬਣ ਜਾਂਦੇ ਹਨ ਕਿ ਇਨਸਾਨ ਫਿਜ਼ੀਕਲੀ ਵੀ ਰਿਐਕਟ ਕਰਦਾ ਹੈ। ਸੁਪਨੇ ਦੇ ਵਿੱਚ ਉਹਦੇ ਮੂੰਹੋਂ ਲਫ਼ਜ਼ ਵੀ ਨਿਕਲ ਜਾਂਦੇ ਹਨ, ਉਹਦਾ ਸਰੀਰ ਵੀ ਹਿਲਜੁਲ ਕਰਨ ਲੱਗ ਪੈਂਦਾ ਹੈ। ਕਈ ਲੋਕ ਤਾਂ ਸੁਪਨੇ 'ਚ ਉੱਠ ਕੇ ਤੁਰ ਵੀ ਪੈਂਦੇ ਹਨ, ਨੀਂਦ ਦੇ ਵਿੱਚ ਹੀ ਤੁਰਦੇ ਰਹਿੰਦੇ ਹਨ। ਸੁਪਨੇ ਦੇ ਵਿੱਚ ਕੁਝ ਨਾ ਕੁਝ ਉਹਨਾਂ ਕੋਲੋਂ ਕੋਈ ਕੰਮ ਵਾਧਾ ਘਾਟਾ ਵੀ ਹੋ ਜਾਂਦਾ ਹੈ। ਭਾਵੇਂ ਐਸੇ ਇਨਸਾਨਾਂ ਦੀ ਪਰਸੈਂਟੇਜ ਘੱਟ ਹੈ, ਪਰ ਸੁਪਨਾ ਦੇਖਣਾ ਇਹ ਤਾਂ ਤਕਰੀਬਨ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਹਰ ਇੱਕ ਦੇ ਨਾਲ ਵਾਪਰਦਾ ਹੀ ਹੈ। ਤੇ ਜਿਸ ਕਿਸੇ ਨੇ ਵੀ ਸੁਪਨਾ ਦੇਖਿਆ ਹੈ ਉਹ ਇਹ ਜਾਣਦਾ ਹੈ ਕਿ ਸੁਪਨੇ ਦੇ ਦੌਰਾਨ ਉਹ ਸਭ ਕੁਝ ਸੱਚ ਵਰਗਾ ਹੀ ਨਜ਼ਰ ਆਉਂਦਾ ਹੈ, ਤੇ ਜਦੋਂ ਨੀਂਦ ਟੁੱਟਦੀ ਹੈ ਉਦੋਂ ਅਹਿਸਾਸ ਹੁੰਦਾ ਹੈ ਕਿ ਹਾਂ ਇਹ ਤਾਂ ਸੁਪਨਾ ਸੀ, ਇਹ ਸੱਚਾਈ ਨਹੀਂ ਸੀ। ਤਾਂ ਗੁਰੂ ਸਾਹਿਬ ਇਸ ਦੁਨੀਆ ਦੀ ਵੀ ਜੋ ਹੋਂਦ ਹੈ ਉਸ ਨੂੰ ਵੀ ਸੁਪਨੇ ਨਾਲ ਕੰਪੇਅਰ ਕਰ ਰਹੇ ਹਨ
ਕਹਿੰਦੇ ਹਨ ਜਿਸ ਜਿਨ੍ਹਾਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਬਹੁਤ ਅਟੈਚ ਕਰ ਲੈਂਦੇ ਹਾਂ, ਜਿਹੜੇ ਦੁਨਿਆਵੀ ਸੁੱਖ ਸਾਧਨ ਜਿਹੜੇ ਹਨ ਉਹਨਾਂ ਨੂੰ ਅਸੀਂ ਆਪਣਾ ਹੱਕ ਜਤਾਉਂਦੇ ਹਾਂ, ਜਿਨ੍ਹਾਂ ਦੇ ਨਾਲ ਸਾਡਾ ਮਨ ਜੁੜ ਜਾਂਦਾ ਹੈ, ਸਾਡੀ ਮੋਹ ਪੈ ਜਾਂਦਾ ਹੈ, ਜਿਨ੍ਹਾਂ ਰਿਸ਼ਤਿਆਂ ਦੇ ਨਾਲ ਅਸੀਂ ਬਹੁਤ ਜ਼ਿਆਦਾ ਮੋਹ ਪਾ ਲੈਂਦੇ ਹਾਂ, ਹੈ ਤਾਂ ਸਾਰੇ ਉਹ ਟੈਂਪਰੇਰੀ ਹਨ। ਇਨਸਾਨੀ ਜ਼ਿੰਦਗੀ ਨੂੰ ਇੱਕ ਰਾਤ ਦੇ ਨਾਲ ਵੀ ਗੁਰਬਾਣੀ 'ਚ ਅਨੇਕਾਂ ਵਾਰੀ ਤੁਲਨਾ ਦਿੱਤੀ ਗਈ ਹੈ। ਚਾਰ ਪਹਿਰ ਦਾ ਜੋ ਅਲੰਕਾਰ ਹੈ ਉਹ ਮਨੁੱਖ ਦੀ ਜ਼ਿੰਦਗੀ ਵਾਸਤੇ ਬੜੀ ਥਾਈਂ ਵਰਤਿਆ ਗਿਆ ਹੈ। ਤੋ ਜ਼ਿੰਦਗੀ ਨੂੰ ਇੱਕ ਰੈਣ ਦੇ ਨਾਲ ਤੁਲਨਾ ਦਿੱਤੀ ਗਈ ਹੈ, ਇਨਸਾਨ ਨੂੰ ਇੱਕ ਉਸ ਪੰਛੀ ਵਾਕਨ ਵੀ ਡਿਸਕ੍ਰਾਈਬ ਕੀਤਾ ਗਿਆ ਜਿਹੜਾ ਇੱਕ ਸਿਰਫ ਰਾਤ ਦੇ ਵਾਸਤੇ ਇੱਕ ਪੇੜ ਦੇ ਉੱਤੇ ਰੈਣ ਬਸੇਰਾ ਬਣਾਉਂਦਾ ਹੈ ਤੇ ਦਿਨ ਚੜ੍ਹਦਿਆਂ ਹੀ ਉਹਨੂੰ ਛੱਡ ਕੇ ਤੁਰ ਜਾਂਦਾ ਹੈ। ਉਹ ਅਲੰਕਾਰ ਵਰਤ ਕੇ ਵੀ ਇਨਸਾਨ ਨੂੰ ਇਹ ਗੱਲ ਸਮਝਾਈ ਜਾਂਦੀ ਹੈ ਕਿ ਜਗਤ ਵੀ ਇੱਕ ਉਸ ਪੰਛੀ ਦੇ ਬਿਰਖ ਵਾਕਨ ਹੈ, ਜਿਸ ਬਿਰਛ ਦੇ ਉੱਤੇ, ਜਿਸ ਪੇੜ ਦੇ ਉੱਤੇ ਉਹ ਸਿਰਫ ਰਾਤ ਗੁਜ਼ਾਰਨ ਵਾਸਤੇ ਹੀ ਆਪਣਾ ਟਿਕਦਾ ਹੈ ਤੇ ਦਿਨ ਚੜ੍ਹਦਿਆਂ ਉਹਨੂੰ ਉੱਥੋਂ ਤੁਰਨਾ ਪੈਂਦਾ ਹੈ, ਉੱਡ ਜਾਂਦਾ ਹੈ। ਇਵੇਂ ਹੀ ਇਹ ਸੰਸਾਰ ਹੈ ਜਿੱਥੇ ਇੱਕ ਰਾਤ ਰੂਪੀ ਜ਼ਿੰਦਗੀ ਸਾਨੂੰ ਮਿਲੀ ਹੈ, ਜਦੋਂ ਹੀ ਉਹ ਰਾਤ ਮੁੱਕਦੀ ਹੈ ਤੇ ਸਾਨੂੰ ਇਹ ਸੰਸਾਰ ਨੂੰ ਛੱਡ ਕੇ ਤੁਰਨਾ ਪੈਂਦਾ ਹੈ, ਛੱਡ ਕੇ ਚੱਲਣਾ ਪੈਂਦਾ ਹੈ। ਤਾਂ ਜਿਵੇਂ ਰਾਤ ਦੇ ਅੰਤ ਦੇ ਜਦੋਂ ਨੀਂਦ ਖੁੱਲਦੀ ਹੈ ਤਾਂ ਸਾਰੇ ਸੁਪਨੇ ਜਿਹੜੇ ਹਨ ਉਹਨਾਂ ਦੀ ਹੋਂਦ ਵੀ ਖਤਮ ਹੋ ਜਾਂਦੀ ਹੈ ਤੇ ਇਨਸਾਨ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਮੈਂ ਦੇਖਿਆ ਸੀ ਉਹ ਸਭ ਇੱਕ ਐਵੇਂ ਝੂਠਾ ਹੀ ਸੀਗਾ, ਸੁਪਨਾ ਹੀ ਸੀ। ਤਾਂ ਇਸ ਲਈ ਇਨਸਾਨ ਨੂੰ ਇਹ ਪ੍ਰੇਰਨਾ ਕਰਨ ਵਾਸਤੇ ਕਿ ਦੁਨਿਆਵੀ ਸੁੱਖ ਸਾਧਨਾਂ ਨੂੰ ਮਾਇਆ ਦੇ ਪਸਾਰੇ ਦੇ ਨਾਲ ਅਟੈਚਮੈਂਟ ਕਰਨ ਦੀ ਬਜਾਏ ਤੇ ਉੱਤੇ ਇਸ ਸੁਪਨੇ ਦੇ ਨਿਆਈ ਜੋ ਜਗਤ ਹੈ ਉਹਦੇ ਵਿੱਚ ਕੀਤੇ ਹੋਏ ਕੰਮਾਂ ਦਾ ਔਰ ਦੁਨਿਆਵੀ ਸਾਧਨ ਇਕੱਠੇ ਕੀਤੇ ਹੋਇਆਂ ਦਾ ਹੰਕਾਰ ਜੋ ਇਨਸਾਨ ਕਰਦਾ ਹੈ, ਉਸ ਤੋਂ ਬਚਣ ਦੀ ਪ੍ਰੇਰਨਾ ਕਰਦੇ ਹੋਏ ਗੁਰੂ ਸਾਹਿਬ ਕਹਿ ਰਹੇ ਹਨ ਕਿ ਝੂਠਾ ਮਾਨ ਕਹਾਂ ਕਰੈ ਜਗ ਸੁਪਨੇ ਜੋ ਜਾਨ। ਇਹ ਭਾਈ ਤੂੰ ਇਸ ਝੂਠ ਦਾ ਜੋ ਨਾਸ਼ਵੰਤ ਸੰਸਾਰ ਹੈ, ਜੋ ਬਿਨਸਨਹਾਰ ਹੈ, ਜਿਹਦੀ ਕੋਈ ਅਸਲੀਅਤ ਨਹੀਂ ਹੈ, ਉਹਦੇ ਉੱਤੇ ਕਿਉਂ ਤੂੰ ਬਹੁਤਾ ਹੰਕਾਰ ਕਰ ਰਿਹਾ ਹੈ, ਕਿਉਂ ਗੁਮਾਨ ਕਰ ਰਿਹਾ ਹੈ? ਇਹ ਸੰਸਾਰ ਨੂੰ, ਇਸ ਜੀਵਨ ਨੂੰ ਤਾਂ ਤੂੰ ਸੁਪਨੇ ਦੇ ਨਿਆਈ ਹੀ ਸਮਝ। ਜਿਵੇਂ ਤੈਨੂੰ ਸਮਝ ਹੈ ਕਿ ਸੁਪਨੇ ਦੇ ਵਿੱਚ ਜੋ ਦੇਖਿਆ ਹੁੰਦਾ ਹੈ ਉਹਦੀ ਕੋਈ ਅਸਲੀਅਤ ਨਹੀਂ ਹੁੰਦੀ, ਇਹ ਜ਼ਿੰਦਗੀ ਦੇ ਵਿੱਚ ਵੀ ਜੋ ਕੁਝ ਵਾਪਰ ਰਿਹਾ ਹੈ ਉਹਦੇ ਵੀ ਬੜੀ ਥੋੜ੍ਹ ਚਿਰੀ ਅਸਲੀਅਤ ਹੈ। ਜਦੋਂ ਇਹ ਜ਼ਿੰਦਗੀ ਮੁੱਕਣੀ ਹੈ ਤੇ ਸਭ ਕੁਝ ਝੂਠ ਹੀ ਸਾਬਤ ਹੋ ਜਾਣਾ ਹੈ, ਸਭ ਕੁਝ ਨਾਸ਼ ਹੋ ਜਾਣਾ ਹੈ, ਨਾਲ ਕੁਝ ਨਹੀਂ ਚੱਲਣਾ। ਇਨਮੇ ਕਛ ਤੇਰੋ ਨਹੀਂ। ਜਿਵੇਂ ਸੁਪਨੇ ਦੇ ਵਿੱਚ ਦੇਖਿਆ ਹੋਇਆ ਉਹ ਜਾਗਣ ਤੋਂ ਬਾਅਦ ਕੁਝ ਵੀ ਹੱਥ ਨਹੀਂ ਆਉਂਦਾ। ਸੁਪਨੇ 'ਚ ਕਿਸੇ ਦੀ ਭਾਵੇਂ ਲਾਟਰੀ ਵੀ ਨਿਕਲ ਜਾਏ, ਕਿਸੇ ਨੂੰ ਸਪੋਰਟਸ ਦੇ ਕੰਪੀਟੀਸ਼ਨ ਵਿੱਚ ਗੋਲਡ ਮੈਡਲ ਵੀ ਮਿਲ ਜਾਏ, ਪਰ ਨੀਂਦ ਖੁੱਲਣ ਤੋਂ ਬਾਅਦ ਤਾਂ ਉਹਦੇ ਪੱਲੇ ਕੁਝ ਨਹੀਂ ਰਹਿੰਦਾ। ਤਾਂ ਇਵੇਂ ਹੀ ਗੁਰੂ ਸਾਹਿਬ ਕਹਿ ਰਹੇ ਹਨ ਕਿ ਇਨਮੇ ਕਛ ਤੇਰੋ ਨਹੀਂ। ਇਹ ਦੁਨੀਆ ਦੇ ਅੰਦਰ ਜੋ ਕੁਝ ਮਾਇਆ ਦੇ ਸੁੱਖ ਸਾਧਨ ਨਜ਼ਰ ਆ ਰਹੇ ਹਨ ਇਹ ਵੀ ਨਾਲ ਨਿਭਣ ਵਾਲੇ ਨਹੀਂ ਹਨ। ਇਹ ਗੱਲ ਗੁਰੂ ਸਾਹਿਬ ਕਹਿ ਰਹੇ ਹਨ ਕਿ ਮੈਂ ਜੋ ਤੈਨੂੰ ਸਮਝਾ ਰਿਹਾ ਹਾਂ, ਵਿਆਖਿਆ ਕਰਕੇ ਸਮਝਾ ਰਿਹਾ ਹਾਂ ਕਿ ਇਨਮੇ ਕਛ ਤੇਰੋ ਨਹੀਂ। ਇਹਨਾਂ ਵਿੱਚੋਂ ਵੀ ਕੁਝ ਨਾਲ ਨਿਭਣ ਵਾਲਾ ਨਹੀਂ ਹੈ ਜਿਹਦੇ ਉੱਤੇ ਭਰੋਸਾ ਕੀਤਾ ਜਾ ਸਕੇ। ਤਾਂ ਜਿਹੜਾ ਇਨਸਾਨ ਸੁਪਨੇ ਦੇ ਨਾਲ ਅਟੈਚ ਹੋ ਕੇ ਤੇ ਸੋਚੇ ਕਿ ਵੀ ਇਹ ਮੈਂ ਆਪਣੀ ਜ਼ਿੰਦਗੀ 'ਚ ਵਰਤ ਸਕਦਾ ਹਾਂ। ਕਈ ਵਾਰੀ ਕੋਈ ਲੋਕੀ ਅਸੀਂ ਵੀ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਸੁਣੀਂਦੇ ਹਨ, ਤੂੰ ਐਵੇਂ ਮੈਨੂੰ ਜਲਦੀ ਉਠਾ ਦਿੱਤਾ, ਮੇਰਾ ਤੇ ਫਸਟ ਪ੍ਰਾਈਜ਼ ਆਉਣ ਵਾਲਾ ਸੀਗਾ ਤੇ ਤੂੰ ਮੇਰਾ ਉੱਥੇ ਕੰਮ ਖਰਾਬ ਕਰ ਦਿੱਤਾ। ਤਾਂ ਸੋਚੋ ਬਈ ਜੇ ਸੁਪਨੇ 'ਚ ਫਸਟ ਪ੍ਰਾਈਜ਼ ਮਿਲ ਵੀ ਜਾਂਦਾ ਤੇ ਜਾਗਣ ਤੋਂ ਬਾਅਦ ਉਹਨੇ ਕੋਈ ਨਾਲ ਥੋੜਾ ਆ ਜਾਣਾ ਸੀ। ਮੇਰੀ ਤਾਂ ਲਾਟਰੀ ਨਿਕਲਣ ਵਾਲੀ ਸੀ, ਮੇਰਾ ਨੁਕਸਾਨ ਹੋ ਗਿਆ, ਉਹਨੇ ਕੋਈ ਨਾਲ ਥੋੜਾ ਆ ਜਾਣਾ ਸੀ। ਤਾਂ ਇਵੇਂ ਹੀ ਇਸ ਇਨਸਾਨੀ ਜ਼ਿੰਦਗੀ ਦੇ ਅੰਦਰ ਵੀ ਜੋ ਕੁਝ ਅਸੀਂ ਮਾਇਆ ਦੇ ਸਾਧਨ ਇਕੱਠੇ ਕਰਦੇ ਹਾਂ ਉਹ ਅੱਗੇ ਸਾਥ ਨਹੀਂ ਦਿੰਦੇ, ਅੰਤ ਨੂੰ ਨਾਲ ਨਹੀਂ ਚੱਲਦੇ। ਇਸ ਜੀਵਨ ਦੇ ਨਾਲ ਇਹ ਸਭ ਕੁਝ ਇੱਥੇ ਹੀ ਖਤਮ ਹੋ ਜਾਂਦਾ ਹੈ। ਤਾਂ ਇਸ ਲਈ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ, ਇਨਮੇ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਇਹ ਮੈਂ ਤੁਹਾਨੂੰ ਸਮਝਾ ਰਿਹਾ ਹਾਂ, ਖੋਲ ਕੇ ਗੱਲ ਸਮਝਾ ਰਿਹਾ ਹਾਂ, ਵਿਆਖਿਆ ਕਰਕੇ ਸਮਝਾ ਰਿਹਾ ਹਾਂ ਕਿ ਇਹ ਕਿਸੇ ਵੀ ਤਰੀਕੇ ਅਟੈਚ ਹੋਣ ਵਾਲੀਆਂ ਚੀਜ਼ਾਂ ਨਹੀਂ ਹਨ ਜਿਨ੍ਹਾਂ ਦੇ ਨਾਲ ਆਪਣੇ ਆਪ ਨਾਲ ਮਨ ਦਾ ਮੋਹ ਪਾਉਣ ਦਾ ਜਾਂ ਜਿਨ੍ਹਾਂ ਦੇ ਉੱਤੇ ਹੰਕਾਰ ਕਰਨ ਦਾ ਕੋਈ ਬੰਦਾ ਕੰਮ ਕਰੇ। ਉਹ ਇਸ ਗੱਲ ਵੱਲੋਂ ਸਾਨੂੰ ਸੁਚੇਤ ਕਰ ਰਹੇ ਹਨ ਕਿ ਝੂਠੇ ਮਾਨ ਕਹਾਂ ਕਰੇ, ਕਿਉਂ ਕਰ ਰਹੇ ਹਨ, ਕਿਸ ਵਜ੍ਹਾ ਨਾਲ ਕਰ ਰਹੇ ਹਨ। ਤੁਹਾਨੂੰ ਚਾਹੀਦਾ ਤਾਂ ਇਹ ਹੈ ਕਿ ਇਹਨੂੰ ਸੁਪਨੇ ਵਾਕਨ ਸਮਝ। ਜਿਵੇਂ ਸੁਪਨੇ ਦੇ ਉੱਤੇ ਕੋਈ ਇਨਸਾਨ ਇਹ ਹੰਕਾਰ ਨਹੀਂ ਕਰਦਾ
ਮੈਨੂੰ ਤਾਂ ਇਹ ਸੁਪਨਾ ਆਇਆ ਜਿਹਦੇ ਵਿੱਚ ਮੈਂ ਕਰੋੜਪਤੀ ਬਣ ਗਿਆ, ਜਿਹਦੇ ਵਿੱਚ ਮੈਂ ਅਰਬਾਪਤੀ ਬਣ ਗਿਆ। ਉਸਦੀ ਕੀਤੀ ਹੋਈ ਗੱਲ ਨੂੰ ਹਰ ਕੋਈ ਕਹੇਗਾ ਮੂਰਖਾਂ ਵਾਲੀ ਗੱਲ ਕਰਨੀ, ਇਹਦਾ ਕੋਈ ਕੋਈ ਬੇਸ ਨਹੀਂ ਹੈ, ਕੋਈ ਆਧਾਰ ਨਹੀਂ ਹੈ, ਜਿਹਦੀ ਕੋਈ ਵੈਲਿਊ ਨਹੀਂ ਹੈ। ਤਾਂ ਉਵੇਂ ਹੀ ਦੁਨਿਆਵੀ ਸੁੱਖ ਸਾਧਨ ਜਿਹੜੇ ਨੇ, ਇਹਨਾਂ ਦੇ ਵੀ ਪ੍ਰਭੂ ਦੀ ਦਰਗਾਹ ਦੇ ਵਿੱਚ ਕੋਈ ਵੁਕਤ ਨਹੀਂ, ਕੋਈ ਵੈਲਿਊ ਨਹੀਂ ਹੈ। ਤਾਂ ਇਹਨਾਂ ਤੇ ਮਾਣ ਕਰਨਾ ਵੀ ਉਨਾ ਹੀ ਫਜ਼ੂਲ ਹੈ। ਗੁਰੂ ਸਾਹਿਬ ਇਹ ਗੱਲ ਸਾਡੇ ਵਾਸਤੇ ਐਕਸਪਲੇਨ ਕਰਕੇ ਸਮਝਾ ਰਹੇ ਹਨ। ਸੋ ਅੱਜ ਦੇ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।